ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਮਸਲਿਆਂ ਦੇ ਉੱਤੇ ਸਾਨੂੰ ਦਰਪੇਸ਼ ਹਰ ਉਸ ਰਗ ਦੇ ਉੱਤੇ ਅਸੀਂ ਹੱਥ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਸਾਡੇ ਮੌਜੂਦਾ ਔਰ ਆਉਣ ਵਾਲੇ ਸਮੇਂ ਦੇ ਉੱਤੇ ਪ੍ਰਭਾਵ ਪਾਉਂਦੀਆਂ ਹਨ। ਮਕਸਦ ਕੇਵਲ ਦਿਲ ਪਰਚਾਵਾ ਨਹੀਂ ਬਲਕਿ ਉਹਨਾਂ ਦੇ ਉੱਤੇ ਉਹਨਾਂ ਮਸਾਇਲ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਆਉਣ ਵਾਲੇ ਸਮੇਂ ਲਈ ਨਵੀਂ ਪਨੀਰੀ ਲਈ ਕੋਈ ਨਾ ਕੋਈ ਬੰਨ ਨੂੰ ਬੰਨਣਾ ਹੈ। ਇਤਿਹਾਸ ਜੋ ਬੀਤ ਰਿਹਾ ਹੈ, ਜੋ ਹੁਣ ਬੀਤ ਜਾਂਦਾ ਹੈ, ਉਹ ਇਤਿਹਾਸ ਹੈ। ਪਰ ਜੇਕਰ ਸਾਡੀ ਉਸ ਦੇ ਉੱਤੇ ਪਕੜ ਹੋਏਗੀ, ਜੇ ਸਾਨੂੰ ਉਸ ਗੱਲ ਦੀ ਸਮਝ ਹੋਏਗੀ, ਉਹਦੇ ਕਾਰਨਾਂ ਦਾ ਅਸੀਂ ਵਿਸ਼ਲੇਸ਼ਣ ਕਰਾਂਗੇ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਉਹ ਗਲਤੀਆਂ, ਉਹ ਕੋਤਾਹੀਆਂ ਨਾ ਦੁਹਰਾਈਆਂ ਜਾਣ। ਨਹੀਂ ਤਾਂ ਜਿਵੇਂ ਕਿਹਾ ਜਾਂਦਾ ਹੈ ਕਿ ਲਮਹੋਂ ਨੇ ਖਤਾ ਕੀ ਹੈ, ਸਦੀਆਂ ਨੇ ਸਜ਼ਾ ਪਾਈ ਹੈ। ਇੱਕ ਸੈਕਿੰਡ ਦੀ ਗਲਤੀ ਵੀ ਉਹ ਸਦੀਆਂ ਤੱਕ ਬਲਕਿ ਹਮੇਸ਼ਾ ਲਈ ਅਮਰ ਹੋ ਜਾਂਦੀ ਹੈ। ਜੇਕਰ ਕਹਿ ਲਿਆ ਜਾਏ ਹਜ਼ਰਤ ਈਸਾ ਮਸੀਹ ਦਾ ਸੂਲੀ ਦੇ ਉੱਤੇ ਚੜਾਇਆ ਜਾਣਾ, ਉਹ ਇੱਕ ਇਤਿਹਾਸ ਦੀ ਐਸੀ ਗਲਤੀ ਸੀ ਜਿਹੜੀ ਰਹਿੰਦੀ ਦੁਨੀਆ ਤੱਕ ਕਦੀ ਖਤਮ ਨਹੀਂ ਹੋਏਗੀ। ਇਸੇ ਤਰੀਕੇ ਦੇ ਨਾਲ ਹਸਨ ਔਰ ਹੁਸੈਨ ਦੀ ਸ਼ਹਾਦਤ ਇੱਕ ਐਸਾ ਮੁਕਾਮ ਹੈ ਇਤਿਹਾਸ ਦੇ ਵਿੱਚ, ਇੱਕ ਐਸਾ ਉਸ ਦਾ ਮਰਤਬਾ ਹੈ ਜਿਹੜਾ ਹਮੇਸ਼ਾ ਲਈ ਯਾਦ ਰਹੇਗਾ। ਔਰ ਕਿਹਾ ਵੀ ਜਾਂਦਾ ਹੈ ਕਿ ਕਤਲੇ ਹੁਸੈਨ ਦਰਅਸਲ ਮਰਗੇ ਯਜ਼ੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਰਾਮਾਇਣ ਦੀ ਉਹ ਗਾਥਾ ਕੌਣ ਭੁਲਾ ਸਕਦਾ ਹੈ, ਕੌਣ ਉਸ ਨੂੰ ਜਨਮਾਨਸ ਤੋਂ ਦੂਰ ਕਰ ਸਕਦਾ ਹੈ। ਘੱਲੂਘਾਰੇ ਸਿੱਖ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਰਹੇ ਹਨ, ਪਰ ਸਾਡੇ ਮੌਜੂਦਾ ਦੌਰ ਦੇ ਵਿੱਚ ਜਿਹੜੇ ਘੱਲੂਘਾਰੇ ਅਸੀਂ ਖੁਦ ਵੇਖੇ ਹਨ, ਹੰਡਾਏ ਹਨ, ਸਾਡੇ ਵਿੱਚੋਂ ਬਹੁਤ ਲੋਕਾਂ ਨੇ ਉਸ ਨੂੰ ਖੁਦ ਆਪਣੇ ਤਨ ਦੇ ਉੱਤੇ ਹੰਡਾਇਆ ਹੈ। ਉਹ ਵੀ ਇਤਿਹਾਸ ਦਾ ਇੱਕ ਐਸਾ ਬਾਬ ਹੈ, ਇੱਕ ਐਸਾ ਵਰਕਾ ਹੈ, ਇੱਕ ਐਸਾ ਪੰਨਾ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। 1984 ਸਿੱਖ ਇਤਿਹਾਸ ਦਾ ਬਿਲਕੁਲ ਉਸੇ ਤਰ੍ਹਾਂ ਦਾ ਅੰਗ ਹੈ। ਮੈਨੂੰ ਯਾਦ ਹੈ 1983 ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਤੇ ਦੀਵਾਨ ਸੀ ਤੇ ਉਸ ਵੇਲੇ ਸੰਗਤ ਪੜ੍ਹ ਰਹੀ ਸੀ ਗੁਰੂ ਨਾਨਕ ਸਾਹਿਬ ਦੇ ਅੱਗੇ ਕਟੋ 84 ਸਤਿਗੁਰੂ ਜੀ, ਤਾਂ ਵਿੱਚੋਂ ਸਕੱਤਰ ਸਾਹਿਬ ਨੇ ਕਿਹਾ ਕਿ ਜੇ 83 ਕੱਟੀ ਗਈ ਤੇ 84 ਵੀ ਕੱਟੀ ਜਾਏਗੀ, ਪਰ ਨਹੀਂ, 84 ਕੱਟੀ ਨਹੀਂ ਗਈ। 84 ਇਤਿਹਾਸ ਦਾ ਇੱਕ ਐਸਾ ਨਾਸੂਰ ਬਣਿਆ ਜਿਹੜਾ ਬਿਲਕੁਲ ਮਿਟਾਇਆ ਨਹੀਂ ਮਿਟ ਸਕਦਾ। ਭਾਰਤ ਦੀ ਸਰਕਾਰ ਦਾ, ਭਾਰਤ ਦੇ ਸੰਵਿਧਾਨ ਦਾ, ਇੱਥੋਂ ਦੇ ਨਿਜ਼ਾਮ ਦਾ, ਇੱਥੋਂ ਦੇ ਕਾਨੂੰਨ ਦਾ, ਆਈਨ ਦਾ ਇੱਕ ਬਹੁਤ ਵੱਡਾ ਇੱਕ ਅੰਗ ਹੈ ਸਤਿਅਮੇਵ ਜਯਤੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਨਾਰਾ ਹੈ ਭਾਰਤ ਦਾ, ਭਾਰਤ ਵਾਸੀਆਂ ਦਾ ਇੱਕ ਬਹੁਤ ਵੱਡਾ ਨਾਰਾ ਹੈ ਕਿ ਸੱਚਾਈ ਹਮੇਸ਼ਾ ਹੀ ਜਿੱਤੇਗੀ, ਸੱਚਾਈ ਦੀ ਹਮੇਸ਼ਾ ਜਿੱਤ ਹੋਏਗੀ। ਕੂੜ ਨੇ ਖੁੱਟੇ ਨਾਨਕਾ, ਔੜਕ ਸੱਚ ਰਹੀ, ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਫਰਮਾਨ ਹੈ। ਪਰ 1984 ਦੇ ਬਾਅਦ ਉਹਨਾਂ ਘਟਨਾਵਾਂ ਦੇ ਉੱਤੇ ਭਾਵੇਂ ਕਿ ਸ਼ਵੇਤ ਪੱਤਰ ਜਾਰੀ ਕੀਤੇ ਗਏ, ਵਾਈਟ ਪੱਤਰ ਜਾਰੀ ਕੀਤੇ ਗਏ, ਪਰ ਉਹਨਾਂ ਨੂੰ ਇੱਕ ਕਿਸਮ ਨਾਲ ਮਕਸਦ ਉਹਨਾਂ ਦਾ ਉਸ ਸੱਚ ਨੂੰ ਲੁਕਾਉਣਾ, ਸੱਚ ਨੂੰ ਓਹਲੇ ਕਰਨਾ, ਸੱਚ ਐਸੇ ਬੰਨ ਨੂੰ ਬੰਨਣਾ ਸੀ ਕਿ ਸੱਚ ਕਦੀ ਵੀ ਉਜਾਗਰ ਹੋ ਕੇ ਸਾਹਮਣੇ ਨਾ ਆਏ। ਭਾਵੇਂ ਉਹ ਕਿਸੇ ਵੀ ਧਿਰ ਵੱਲੋਂ ਜਿਹੜੇ ਵੀ ਵਾਈਟ ਪੇਪਰ ਜਾਰੀ ਕੀਤੇ ਗਏ, ਪਰ ਉਹ ਸੱਚ ਤੋਂ ਬਹੁਤ ਦੂਰ ਸਨ। ਔਰ ਦੂਸਰੇ ਪਾਸੇ ਜੇ ਕਿਸੇ ਨੇ ਉਸ ਦੇ ਬਾਰੇ ਕੋਸ਼ਿਸ਼ ਵੀ ਕੀਤੀ ਤਾਂ ਉਸ ਆਵਾਜ਼ ਨੂੰ ਬਾਗੀਆਨਾ ਕਾਰਵਾਈ ਕਰਾਰ ਦੇ ਕੇ ਦਬਾ ਦਿੱਤਾ ਗਿਆ। ਅੱਜ ਦੀ ਖਬਰ ਵਿੱਚ ਅਮਰੀਕਾ ਦੀ ਸਰਕਾਰ ਨੇ, ਵਾਸ਼ਿੰਗਟਨ ਨੇ ਇੱਕ ਫੈਸਲਾ ਲਿਆ, ਇੱਕ ਐਲਾਨ ਕੀਤਾ ਕਿ 1984 ਦੇ ਵਿੱਚ ਹਿੰਦੁਸਤਾਨ ਵਿੱਚ ਜੋ ਕੁਝ ਹੋਇਆ ਉਸ ਨੂੰ ਉਹਨਾਂ ਨੇ ਜੈਨੋਸਾਈਡ ਤਾਂ ਨਹੀਂ ਕਿਹਾ, ਜੈਨੋਸਾਈਡ ਕਹਿਣ ਤੋਂ ਉਹਨਾਂ ਨੇ ਗੁਰੇਜ਼ ਕੀਤਾ, ਪਰ ਨਾਲ ਇਹ ਕਿਹਾ ਕਿ ਬਿਲਕੁਲ ਨਿਸ਼ਚਿਤ ਤੌਰ ਦੇ ਉੱਤੇ
ਜੋ ਕੁਝ ਹਿੰਦੁਸਤਾਨ ਵਿੱਚ 1984 ਵਿੱਚ ਹੋਇਆ ਸੀ ਉਹ ਹਿਊਮਨ ਰਾਈਟਸ ਦੀਆਂ ਬਹੁਤ ਵੱਡੇ ਪੈਮਾਨੇ ਵੱਡੀ ਪੱਧਰ ਦੇ ਉੱਤੇ ਉਹਦੀਆਂ ਉਲੰਘਣਾਵਾਂ ਹੋਈਆਂ ਔਰ ਹਿਊਮਨ ਰਾਈਟਸ ਦੇ ਉੱਤੇ ਬਹੁਤ ਵੱਡਾ ਕੁਠਾਰਾਘਾਤ ਹੋਇਆ। ਨਾਲ ਹੀ ਇਹ ਵੀ ਕਿਹਾ ਕਿ ਅਮਰੀਕਾ ਦੀ ਸਰਕਾਰ ਉਸ ਵੇਲੇ ਵੀ ਔਰ ਉਸ ਤੋਂ ਬਾਅਦ ਵੀ ਉਹਨਾਂ ਘਟਨਾਵਾਂ ਦੇ ਉੱਤੇ ਪੂਰੀ ਨਜ਼ਰ ਰੱਖਦੀ ਰਹੀ ਔਰ ਹਿਊਮਨ ਰਾਈਟਸ ਦੇ ਉੱਤੇ ਮਾਨਵ ਅਧਿਕਾਰਾਂ ਦੇ ਉਲੰਘਣ ਦੇ ਉੱਤੇ ਹਮੇਸ਼ਾ ਹੀ ਉਹ ਨਜ਼ਰ ਰੱਖਦੀ ਹੈ ਔਰ ਉਹਨਾਂ ਦੇ ਉੱਤੇ ਕਾਰਵਾਈ ਵੀ ਕਰਦੀ ਹੈ ਔਰ ਕਰਦੀ ਰਹੇਗੀ। ਸੋ ਇਹ ਇੱਕ ਬੜੀ ਵੱਡੀ ਇੱਕ ਪਾਲਿਸੀ ਸਟੇਟਮੈਂਟ ਜਿਹੜੀ ਅਮਰੀਕਾ ਨੇ ਜਾਰੀ ਕਰਕੇ 1984 ਦੀਆਂ ਉਹਨਾਂ ਘਟਨਾਵਾਂ ਨੂੰ ਜਿਹੜੇ ਲੋਕ ਕਹਿ ਰਹੇ ਹਨ ਕਿ ਉਸ ਨੂੰ ਭੁੱਲ ਜਾਓ, ਭੁਲਾ ਦਿੱਤਾ ਜਾਏ, ਉਹ ਇਸ ਦਾ ਮਤਲਬ ਹੈ ਕਿ ਉਹ ਇਤਿਹਾਸ ਦਾ ਇੱਕ ਐਸਾ ਵਰਕਾ ਹੋ ਗਿਆ ਜਿਹੜਾ ਕਿ ਹੋਰ ਪੀੜਾ ਹੋ ਗਿਆ, ਜਿਹੜਾ ਮਿਟਾਇਆ ਨਹੀਂ ਜਾਏਗਾ। ਇਸੇ ਚੀਜ਼ ਨੂੰ ਦਰਸਾਉਂਦੀ ਹੋਈ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਹੋਈ, ਸਾਡਾ ਹੱਕ। ਉਸ ਫਿਲਮ ਦੇ ਬਾਰੇ ਜਦੋਂ ਜਾਰੀ ਕੀਤੀ ਗਈ, ਜਦੋਂ ਉਹਨਾਂ ਨੇ ਸੈਂਸਰ ਬੋਰਡ ਨੂੰ ਭੇਜਿਆ, ਹਾਲਾਂ ਉਹ ਫਿਲਮ ਬਣਾਉਣ ਵਾਲਿਆਂ ਨੇ ਉਹ ਫਿਲਮ ਬਣਾਉਣ ਤੋਂ ਪਹਿਲੇ ਆਪਣੇ ਵਕੀਲਾਂ ਦੀ ਸਲਾਹ ਲਈ ਔਰ ਪੂਰੇ ਪੈਨਲ ਦੀ ਸਲਾਹ ਲੈ ਕੇ ਜਦੋਂ ਉਹਨਾਂ ਨੇ ਸੈਂਸਰ ਬੋਰਡ ਨੂੰ ਭੇਜਿਆ, ਉਹਨਾਂ ਨੇ ਇਤਰਾਜ਼ ਕੀਤਾ ਇਸ ਵਿੱਚ ਰਾਜ ਕਰੇਗਾ ਖਾਲਸਾ ਹੈ ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਵਿੱਚ ਚੌਂਕਾਰ ਅਜ਼ਮਾ ਹੀਲ ਹੈ ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ। ਕਾਫੀ ਦਿੱਕਤ ਦੇ ਬਾਅਦ, ਕਾਫੀ ਸ਼ਿੱਦਤ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ ਔਰ ਆਖਰ ਦੇ ਵਿੱਚ ਉਹ ਫਿਲਮ, ਉਹ ਜਿਹੜੀ ਮੂਵੀ ਸੀ, ਉਹ ਸੈਂਸਰ ਬੋਰਡ ਵੱਲੋਂ ਇਜਾਜ਼ਤ ਮਿਲ ਗਈ। ਪਰ ਉਸ ਦੇ ਬਾਅਦ ਹੁਣ 5 ਤਰੀਕ ਨੂੰ ਜਦੋਂ ਉਹ ਸਾਰੇ ਸੰਸਾਰ ਦੇ ਵਿੱਚ ਜਾਰੀ ਹੋਣੀ ਹੈ, ਪਰ ਉਸ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਵਾਹ-ਵੇਲਾ ਖੜਾ ਕੀਤਾ ਗਿਆ ਹੈ। ਰਵਨੀਤ ਸਿੰਘ ਬਿੱਟੂ ਜਿਹੜੇ ਕਾਂਗਰਸ ਦੇ MP ਵੀ ਹਨ ਔਰ ਸਰਦਾਰ ਬੇਅੰਤ ਸਿੰਘ ਦੇ ਬੇਟੇ ਹਨ, ਉਹਨਾਂ ਨੇ ਕਿਹਾ ਹੈ ਕਿ ਉਹ ਦਿੱਲੀ ਜਾ ਕੇ ਇਸ ਫਿਲਮ ਨੂੰ ਬੰਦ ਕਰਾਉਣ ਲਈ ਮਨੀਸ਼ ਤਿਵਾਰੀ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਹਨ ਔਰ ਹੋਮ ਮਿਨਿਸਟਰ ਹਨ, ਉਹਨਾਂ ਨੂੰ ਮਿਲ ਕੇ ਹਰ ਹਾਲਤ ਵਿੱਚ ਇਹ ਫਿਲਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰਨਗੇ। ਉਸ ਦੇ ਨਾਲ ਹੀ ਬਲਰਾਮ ਜੀ ਦਾਸ ਟੰਡਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਆਗੂ ਹਨ, ਉਹਨਾਂ ਨੇ ਵੀ ਕਿਹਾ ਹੈ ਕਿ ਇਹ ਬਹੁਤ ਗਲਤ ਫਿਲਮ ਹੈ, ਬਹੁਤ ਹੀ ਗਲਤ ਪਰਸਪੈਕਟਿਵ ਵਿੱਚ ਹੈ, ਇਸ ਨੂੰ ਨਹੀਂ ਦਿਖਾਇਆ ਜਾਣਾ ਚਾਹੀਦਾ, ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਰਾਣਾ ਨਈਅਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, ਉਹਨਾਂ ਨੇ ਵੀ ਕਿਹਾ ਹੈ ਕਿ ਇਹ ਨਿਰੀ ਅੱਗ ਲਾਉਣ ਵਾਲੀ ਚੀਜ਼ ਹੈ। ਅਸੀਂ ਉਸ ਫਿਲਮ ਦੇ ਬਾਰੇ ਕੀ ਪ੍ਰਤੀਕਰਮ ਹੈ, ਸਾਡੀ ਕੋਸ਼ਿਸ਼ ਹੋਏਗੀ ਜੇਕਰ ਇੱਕ ਬਹੁਤ ਹੀ ਸੀਨੀਅਰ ਐਡਵੋਕੇਟ ਜੇ ਸਾਡੀ ਅਗਰ ਲਾਈਨ ਮਿਲ ਜਾਏ, ਅਗਰ ਉਹ ਜਿਹੜੇ ਕਿ ਖੁਦ ਮਾਨਵੀ ਅਧਿਕਾਰਾਂ ਦੇ ਬਹੁਤ ਵੱਡੇ ਅਲੰਬਰਦਾਰ ਹਨ ਔਰ ਕਾਫੀ ਗੰਭੀਰ ਮੁਕੱਦਮੇ ਉਹਨਾਂ ਨੇ ਹਿਊਮਨ ਰਾਈਟਸ ਦੇ ਬਹੁਤ ਹੀ ਸਫਲਤਾ ਦੇ ਨਾਲ ਔਰ ਤਨਦੇਹੀ ਦੇ ਨਾਲ ਲੜੇ ਹਨ, ਅਗਰ ਉਹ ਇਸ ਫਿਲਮ ਦੇ ਬਾਰੇ ਕੋਈ ਸਾਨੂੰ ਜਾਣਕਾਰੀ ਦੇ ਸਕਣ ਜਾਂ ਕੁਝ ਅਗਰ ਕਾਰਵਾਈ ਉਹਦੇ ਬਾਰੇ ਕੁਝ ਹੋਈ ਕਾਰਵਾਈ ਬਾਰੇ ਕੁਝ ਦੱਸ ਸਕਣ। ਪਰ ਸਵਾਲ ਇਹਦੇ ਵਿੱਚ ਇਹ ਹੈ ਕਿ ਸਰਕਾਰ ਨੇ ਜਦੋਂ ਇਹ ਕਾਰਵਾਈ ਕੀਤੀ, ਸਾਕਾ ਨੀਲਾ ਤਾਰਾ ਹੋਇਆ, ਪੂਰੇ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ, ਸਾਰਾ ਮੀਡੀਆ ਸੈਂਸਰ ਲਗਾ ਕੇ ਸੈਂਸਰ ਕਰ ਦਿੱਤਾ ਗਿਆ ਔਰ ਉਸ ਤੋਂ ਪਹਿਲਾਂ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ, ਸਿਰਫ ਪੰਜਾਬ ਦੇ ਵਿੱਚ ਐਮਰਜੈਂਸੀ ਲਗਾਈ ਗਈ। ਭਾਰਤੀ ਸੰਵਿਧਾਨ ਦੇ ਵਿੱਚ ਤਰਮੀਮ ਕਰਕੇ, ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ 1975 ਦੀ ਲਗਾਈ ਹੋਈ ਐਮਰਜੈਂਸੀ ਤਾਂ ਸਾਰਿਆਂ ਨੂੰ ਚੇਤੇ ਹੈ, ਹਰ ਕਿਸੇ ਨੂੰ ਚੇਤੇ ਹੈ, ਜਿਹਦੇ ਖਿਲਾਫ ਅਕਾਲੀ ਦਲ ਨੇ ਮੋਰਚਾ ਵੀ ਲਗਾਇਆ ਸੀ ਔਰ ਅਗਵਾਈ ਕੀਤੀ ਸੀ। ਪਰ 1979 ਦੇ ਵਿੱਚ ਪੂਰੇ ਸਿਰਫ ਪੰਜਾਬ ਦੇ ਵਿੱਚ ਭਾਰਤ ਸਰਕਾਰ ਨੇ ਕਨਸਟੀਟਿਊਸ਼ਨ ਦੇ ਵਿੱਚ, ਭਾਰਤੀ ਸੰਵਿਧਾਨ ਵਿੱਚ ਤਰਮੀਮ ਕਰਕੇ ਐਮਰਜੈਂਸੀ ਲਗਾ ਕੇ ਐਮਰਜੈਂਸੀ ਅਧਿਕਾਰ ਆਪਣੇ ਹੱਥ ਵਿੱਚ ਲਏ ਔਰ ਉਸ ਦੇ ਬਾਅਦ ਜੋ ਕੁਝ ਹੋਇਆ
ਉਹ ਸਾਰੀ ਕਾਰਵਾਈ ਕੀਤੀ ਗਈ। ਸਾਨੂੰ ਹੈਲੋ 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 ਹਾਂਜੀ ਹਾਂਜੀ ਹੈਲੋ ਹਾਂਜੀ 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 ਸਰ ਨਵਕਿਰਨ ਸਿੰਘ ਜੀ। ਹਾਂਜੀ ਹਾਂਜੀ ਸਰ ਨਵਕਿਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਨਵਕਿਰਨ ਸਿੰਘ ਜੀ, ਗੈਟ ਪੰਜਾਬੀ ਚੈਨਲ ਦੇ ਰਾਹੀਂ ਇੱਥੋਂ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਮੈਂ ਵੀ ਸ਼ੁਕਰਗੁਜ਼ਾਰ ਹਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸੰਗਤਾਂ ਦੇ ਰੂਬਰੂ ਲਿਆਉਣ ਦਾ। ਜੀ ਜੀ ਸਰ ਨਵਕਿਰਨ ਸਿੰਘ ਜੀ, ਜਿਵੇਂ ਕਿ ਤੁਹਾਡੀ ਇੰਟਰੋਡਕਸ਼ਨ, ਤੁਹਾਡਾ ਤਾਰਫ ਜਾਂ ਤੁਹਾਡੀ ਜਾਣ ਪਛਾਣ ਕਿਸੇ ਵੀ ਜਾਣ ਪਛਾਣ ਦੀ ਮੁਹਤਾਜ ਨਹੀਂ। ਤੁਸੀਂ ਮਾਨਵੀ ਅਧਿਕਾਰਾਂ ਦੇ ਬਹੁਤ ਹੀ ਇੱਕ ਸੰਘਰਸ਼ੀਲ ਕਹਿ ਲਓ ਕਿ ਉਹਨਾਂ ਦੇ ਵਾਕਈ ਤੁਸੀਂ ਵਕੀਲ ਦੇ ਤੌਰ 'ਤੇ, ਤੁਸੀਂ ਵੈਸੇ ਵੀ ਸੀਨੀਅਰ ਐਡਵੋਕੇਟ ਹੋ, ਪਰ ਉਹਨਾਂ ਦੇ ਹਕੂਕ, ਉਹਨਾਂ ਦੇ ਹੱਕ ਦੇ ਵਕੀਲ ਦੇ ਤੌਰ ਦੇ ਉੱਤੇ ਤੁਸੀਂ ਹਰ ਪੱਧਰ ਦੇ ਉੱਤੇ ਉਹ ਮੁਕੱਦਮੇ ਬਾਖੁਦੀ ਲੜੇ ਵੀ ਹਨ ਔਰ ਉਹਨਾਂ ਨੂੰ ਹੰਡਾਇਆ ਵੀ ਹੈ। ਇਹ 1984 ਦੇ ਤੱਥਾਂ ਨੂੰ ਦਰਸਾਉਂਦਿਆਂ ਹੋਇਆਂ, ਭਾਵੇਂ ਉਹ ਇੱਕ ਦੂਸਰਾ ਪੱਖ ਹੀ ਕਿਉਂ ਨਾ ਹੋਏ, ਇਸ ਫਿਲਮ ਦੇ ਉੱਤੇ ਇਤਰਾਜ਼ ਹੋਏ ਹਨ। ਇਹਨੂੰ ਪਹਿਲਾਂ ਬਣਾਉਣ ਤੋਂ ਪਹਿਲਾਂ ਰੋਕਿਆ ਗਿਆ, ਫਿਰ ਕਾਫੀ ਦੇਰ ਬਾਅਦ ਇਹਨੂੰ ਇਜਾਜ਼ਤ ਮਿਲੀ, ਹੁਣ ਫਿਰ ਇਸ ਦੇ 'ਤੇ ਇਤਰਾਜ਼ ਹੋ ਰਿਹਾ ਹੈ। ਇਹਦੇ ਬਾਰੇ ਤੁਸੀਂ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਚਾਨਣਾ ਪਾ ਸਕੋਗੇ? ਅਸਲ ਵਿੱਚ ਇਸ ਮੁਲਕ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜੀ, ਉਹਨਾਂ ਵਿੱਚ ਸਹਿਨਸ਼ੀਲਤਾ ਬਹੁਤ ਘੱਟ ਹੈ ਜੀ। ਤੇ ਕਿਸੇ ਕੋਈ ਇੱਕੜ ਦੁੱਕੜ ਸੀਨ ਦੇ ਪਿੱਛੇ ਜੀ ਆਬਜੈਕਸ਼ਨ ਰੇਜ਼ ਕਰਦੇ ਨਹੀਂ ਜੀ, ਇਹ ਜਿਹੜੀ ਜਾਇਜ਼ ਨਹੀਂ ਹੋਏਗੀ। ਮੈਂ ਉਸ ਮੂਵੀ ਨੂੰ ਪੂਰਾ ਦੇਖਿਆ ਜੀ, ਉਹਦੀ ਸਕ੍ਰਿਪਟ ਪੂਰੀ ਪੜ੍ਹੀ ਹੈ ਜੀ, ਐਂਡ ਜਿਹੜਾ ਸੈਂਸਰ ਬੋਰਡ ਨੇ ਆਬਜੈਕਸ਼ਨ ਰੇਜ਼ ਕੀਤੀਆਂ ਉਹਨੂੰ ਰਿਵਿਊ ਕਰਾਉਣ ਲਈ, ਜੀ, ਉਹਨੂੰ ਪਾਸ ਕਰਾਉਣ ਵਿੱਚ ਐਜ਼ ਅ ਵਕੀਲ ਵੀ ਮੈਂ ਕੰਮ ਕੀਤਾ ਹੈ ਜੀ। ਉਸ ਮੂਵੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਕੋਈ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੀ ਹੋਵੇ ਜੀ, ਜਾਂ ਕੋਈ ਲੋਕਾਂ ਨੂੰ ਅੱਤਵਾਦ ਵੱਲ ਵਾਪਸ ਲੈ ਕੇ ਜਾਂਦੀ ਹੋਵੇ। ਜੀ। ਉਹਦੇ ਵਿੱਚ ਸਿਰਫ ਤੇ ਸਿਰਫ ਇਹ ਗੱਲ ਸਾਫ਼ ਸੁਥਰੇ ਤੌਰ ਤੇ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਹਾਲਾਤਾਂ ਨੇ ਲੋਕਾਂ ਨੂੰ ਮਜਬੂਰ ਕੀਤਾ ਕਿ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਜਿਹੜਾ ਹੈਗਾ ਤਰੀਕੇ ਐਸੇ ਇਖਤਿਆਰ ਕੀਤੇ ਜਿਹੜੇ ਕਿ ਮੁੜ ਕੇ ਹੈ ਜਿਹੜੇ ਕਿ ਉਹ ਗੈਰ ਕਾਨੂੰਨੀ ਤਰੀਕੇ ਸੀਗੇ। ਜੀ ਜੀ। ਤੇ ਨਵਕਿਰਨ ਸਿੰਘ ਜੀ, ਚੌਕੇ ਤੁਸੀਂ ਦੱਸਿਆ ਜਿਵੇਂ ਕਿ ਖੁਦ ਇਸ ਫਿਲਮ ਦੇ ਬਣਾਉਣ ਸਮੇਂ ਉਹਦੇ 'ਤੇ ਹੋਏ ਇਤਰਾਜ਼ਾਂ ਵੇਲੇ ਔਰ ਤੁਸੀਂ ਬਿਲਕੁਲ ਬਤੌਰੇ ਵਕੀਲ ਦੇ ਵੀ ਸ਼ਾਮਲ ਹੋਏ, ਉਹ ਸਾਰੇ ਆਬਜੈਕਸ਼ਨ, ਉਹ ਇਤਰਾਜ਼ ਤੁਸੀਂ ਦਰਕਿਨਾਰ ਵੀ ਕਰਾਏ, ਸਭ ਕੁਝ ਠੀਕ ਹੈ। ਪਰ ਇੱਕ ਵੱਡਾ ਇਤਰਾਜ਼ ਤਾਂ ਇਹ ਹੈ ਨਾ ਕਿ ਜਿਹੜਾ ਸਰਕਾਰ ਦਾ ਨਜ਼ਰੀਆ ਹੈ, ਕਿ ਜਿਹੜਾ ਸਰਕਾਰ ਦੇ ਨਜ਼ਰੀਏ ਨਾਲ ਨਹੀਂ ਰਲਦਾ ਉਹ ਬਾਗੀ ਹੈ, ਉਹ ਐਂਟੀ ਨੈਸ਼ਨਲ ਹੈ। ਇਹ ਉਸ ਨਜ਼ਰੀਏ ਤੇ ਸਰਕਾਰ ਦੇ ਵਿਰੋਧ ਜਾਣਾ, ਕੀ ਇਹੀ ਸਭ ਤੋਂ ਵੱਡਾ ਕ੍ਰਾਈਮ ਹੈ? ਦੇਖੋ, ਹਾਲੇ ਤੱਕ ਕੋਈ ਸਰਕਾਰ ਨੇ ਤਾਂ ਕਿਸੇ ਨੇ ਵਿਰੋਧ ਕੀਤਾ ਨਹੀਂ ਇਸ ਮੂਵੀ ਦਾ। ਜੀ ਜੀ। ਨਾ ਕਿਸੇ ਨੇ ਕਿਹਾ ਕਿ ਇਹ ਮੂਵੀ ਗਲਤ ਹੈਗੀ ਹੈ। ਜਦੋਂ ਬੋਰਡ ਨੇ, CBSE ਬੋਰਡ ਨੇ ਇਹਨੂੰ ਅਪਰੂਵ ਕਰ ਦਿੱਤਾ ਹੈ, ਭਾਵੇਂ ਇੱਕ ਵਾਰੀ ਉਹਨਾਂ ਨੇ ਡਿਕਲਾਈਨ ਕੀਤੀ ਸੀਗੀ ਸਰਟੀਫਿਕੇਸ਼ਨ, ਬਟ ਉਸ ਤੋਂ ਬਾਅਦ ਅਪਰੂਵ ਹੋ ਚੁੱਕੀ ਹੈ ਜੀ। ਹਾਲੇ ਤੱਕ ਤਾਂ ਕਿਸੇ ਨੇ ਕਿਹਾ ਨਹੀਂ ਹੈ ਕਿ ਮੂਵੀ ਗਲਤ ਹੈ ਜੀ, ਇਹਨੂੰ ਬੈਨ ਕਰੋ ਜੀ। ਤੇ ਸੋ ਮੂਵੀ 5 ਨੂੰ ਰਿਲੀਜ਼ ਹੋਏਗੀ ਤੇ ਉਸ ਤੋਂ ਬਾਅਦ ਜਦੋਂ ਦਰਸ਼ਕ ਦੇਖਣਗੇ, ਹਾਂਜੀ, ਇਹਦੇ ਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਮੈਂ ਯਾਦ ਕਰਾਉਣਾ ਚਾਹਾਂਗਾ ਜਿਹੜੀ ਮੂਵੀ ਮਾਚਿਸ ਸੀਗੀ, ਹਾਂਜੀ, ਗੁਲਜ਼ਾਰ ਹੋਰਾਂ ਨੇ ਮੂਵੀ ਬਣਾਈ ਜੀ, ਉਸ ਮੂਵੀ ਵਿੱਚ ਜੋ ਦਿਖਾਇਆ ਗਿਆ ਉਸ ਤੋਂ ਜ਼ਿਆਦਾ ਇਸ ਮੂਵੀ ਦੇ ਵਿੱਚ ਨਹੀਂ ਹੈਗਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਅੱਛਾ, ਜਿਹੜੀ ਗੱਲਾਂ ਇਹਦੇ ਵਿੱਚ ਦਰਸਾਈਆਂ ਗਈਆਂ ਨੇ ਜੀ, ਉਹ ਸਾਰੇ ਸੱਚੇ ਤੱਥ ਨੇ। ਉਹ ਐਸੇ ਤੱਥ ਨੇ ਜਿਹੜੇ ਕਿ
ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਜਜਮੈਂਟਸ ਵਿੱਚ ਬਾਰ-ਬਾਰ ਉਹ ਆਏ ਨੇ ਜੀ। ਤੇ ਅਦਾਲਤਾਂ ਨੇ ਵੀ ਕਿਹਾ ਵੀ ਇਹ ਗੱਲਾਂ ਗਲਤ ਸੀਗੀਆਂ ਤੇ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਮਿਲੀਆਂ, ਜਿਵੇਂ ਕਿ ਝੂਠੇ ਪੁਲਿਸ ਮੁਕਾਬਲੇ ਸੀ ਜਾਂ ਅਣਪਛਾਤੀਆਂ ਲਾਸ਼ਾਂ ਕਰਕੇ ਬੰਦਿਆਂ ਨੂੰ ਜਿਹੜਾ ਗੁੰਮ ਕਰ ਦਿੱਤਾ ਗਿਆ। ਇਹੋ ਜਿਹੇ ਕੁਝ ਇਸ਼ੂਜ਼ ਇਹਦੇ ਵਿੱਚ ਰੇਜ਼ ਕੀਤੇ ਗਏ ਨੇ। ਜੀ ਜੀ। ਰੇਜ਼ ਕੋਈ ਇੰਨੇ ਵੱਡੇ ਲੈਵਲ ਤੇ ਨਹੀਂ ਕੀਤੇ ਗਏ, ਉਹਨਾਂ ਨੂੰ ਟੱਚ ਕੀਤਾ ਗਿਆ। ਠੀਕ ਹੈ। ਤੋ ਹਰ ਚੀਜ਼ ਜਿਹੜੀ ਹੈ ਉਹ ਕਾਨੂੰਨੀ ਐਂਗਲ ਦੇ ਨਾਲ ਬਿਲਕੁਲ ਸਹੀ ਸੀਗੀ। ਹਾਂਜੀ। ਤੇ ਪਰ ਇਹ ਵੀ ਹੈਗਾ ਕਿ ਜਿਹਨਾਂ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਨੇ ਵਿਰੋਧ ਕਰਕੇ ਹੀ ਵਿਰੋਧ ਕਰਨਾ ਹੁੰਦਾ ਜੀ। ਪਰ ਜਦੋਂ ਮੂਵੀ ਆਏਗੀ ਹਾਂਜੀ ਲੋਕ ਦੇਖਣਗੇ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਉਹਦਾ ਕੋਈ ਮਾੜਾ ਇੰਪੈਕਟ ਪਵੇ। ਠੀਕ ਹੈ। ਕੋਈ ਡਰਨ ਦੀ ਲੋੜ ਨਹੀਂ ਹੈਗੀ। ਠੀਕ ਹੈ। ਤੇ ਜਿਵੇਂ ਪਹਿਲੇ ਵੀ ਮਾਓਵਾਦੀ ਫਿਲਾਸਫੀ ਵਿਚਾਰਧਾਰਾ ਨੂੰ ਦਰਸਾਉਂਦੀ ਹੋਈ, ਜਿਵੇਂ ਚੱਕਰਵਿਊਹ ਫਿਲਮ ਵੀ ਆਈ ਸੀ, ਉਹ ਵੀ ਹੋਈ, ਹੋਰ ਵੀ ਕਈ ਇਸ ਤਰ੍ਹਾਂ ਦੀਆਂ ਆਈਆਂ ਹੈਗੀਆਂ, ਪਰ ਇਸ ਨੂੰ ਕਾਫੀ ਇੱਕ ਜਦੋਜਹਿਦ ਦੇ ਵਿੱਚੋਂ ਲੰਘਣਾ ਪਿਆ। ਤੇ ਇਹਦੇ ਵਿੱਚ ਇੱਕ ਬੜਾ ਦਿਲਚਸਪ ਤੱਥ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦੇ ਵਿੱਚ ਦਖਲ ਦਿੱਤਾ ਕਿ ਇਹ ਰਿਲੀਜ਼ ਹੋਣੀ ਚਾਹੀਦੀ ਹੈ। ਤੇ ਪਰ ਹੁਣ ਅਕਾਲੀ ਦਲ ਦੇ ਸਹਿਯੋਗੀ ਬਲਰਾਮ ਜੀ ਦਾਸ ਟੰਡਨ ਹੀ ਇਸ ਦੇ ਉੱਤੇ ਮੁੱਖ ਤੌਰ ਦੇ ਉੱਤੇ ਇੱਕ ਉਹ ਇਤਰਾਜ਼ ਕਰ ਰਹੇ ਹਨ, ਦੂਜੇ ਰਵਨੀਤ ਸਿੰਘ ਬਿੱਟੂ ਉਹ ਇਤਰਾਜ਼ ਕਰ ਰਹੇ ਹਨ। ਤੁਹਾਨੂੰ ਕੀ ਲੱਗਦਾ ਹੈ ਇਹਨਾਂ ਦਾ ਇਤਰਾਜ਼ ਕਿੱਥੇ ਤੱਕ ਸਹੀ ਹੋਏਗਾ? ਕਿਉਂਕਿ ਮੀਡੀਆ ਨੇ ਇਹਨਾਂ ਦੋਨਾਂ ਦੇ ਇਤਰਾਜ਼ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਉਛਾਲਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਇਤਰਾਜ਼ ਕਰਨਾ ਹੀ ਹੁੰਦਾ ਜੀ। ਇਤਰਾਜ਼ ਬੁਨਿਆਦ ਵਾਲਾ ਹੋਵੇ ਫਿਰ ਤਾਂ ਕੋਈ ਗੱਲ ਬਣਦੀ ਹੈ। ਇਹ ਬੁਨਿਆਦ ਇਤਰਾਜ਼ ਜਿਹੜੇ ਨੇ ਉਹ ਨਹੀਂ ਲੋਕਾਂ ਨੂੰ ਚੁੱਕਣੇ ਚਾਹੀਦੇ ਜੀ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਮੂਵੀ ਜਿਹੜੀ ਹੈ ਉਹਦੇ ਵਿੱਚ ਕੋਈ ਐਸੀ ਮਾੜੀ ਗੱਲ ਨਹੀਂ ਹੈਗੀ ਜੀ। ਐਂਡ ਲੋਕ ਇਸ ਮੂਵੀ ਨੂੰ ਇੰਜੋਏ ਕਰਨਗੇ ਐਂਡ ਸਮਝਣ ਦੀ ਕੋਸ਼ਿਸ਼ ਕਰਨਗੇ ਜੀ ਕਿ ਅਸਲ ਤੱਥ ਕੀ ਸੀਗੇ ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਨੂੰ ਇੱਕ ਲੰਬਾ ਦੌਰ ਜਿਹੜਾ ਹੈਗਾ ਉਹ ਸੰਤਾਪ ਚੱਲਣਾ ਪਿਆ, ਜਿਹਦੇ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਬੜੇ ਬੁਰੇ ਤਰੀਕੇ ਨਾਲ ਕੀਤੀ ਗਈ ਜੀ। ਇਸ ਕਰਕੇ ਰਵਨੀਤ ਬਿੱਟੂ ਹੋਰੀ, ਕਿਉਂਕਿ ਉਹ ਹੈਗੇ ਨੇ ਗ੍ਰੈਂਡਸਨ ਹੈਗੇ ਨੇ ਬੇਅੰਤ ਸਿੰਘ ਦੇ ਜੀ, ਉਹਨਾਂ ਦੀ ਸ਼ੁਰੂ ਤੋਂ ਪੋਲਿਟਿਕਸ ਹੀ ਆਈ ਰਹੀ ਹੈ ਜੀ। ਉਹਨਾਂ ਨੇ ਇਸ ਚੀਜ਼ ਨੂੰ ਰੇਸ ਕੀਤਾ ਹੀ ਕੀਤਾ ਜੀ। ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ। ਦੂਸਰੇ ਪਾਸੇ ਟੰਡਨ ਜਿਹੜੇ ਹੈਗੇ ਨੇ ਬੀਜੇਪੀ ਦੇ ਹੋਣ ਕਰਕੇ ਬੀਜੇਪੀ ਦੀ ਵੀ ਪ੍ਰੋਬਲਮ ਆਪਣੀ ਹੈਗੀ ਹੈ ਜੀ। ਤੋ ਇਹ ਮਾਈਨਰ ਗੱਲਾਂ ਹੈਗੀਆਂ ਨੇ। ਮੈਨੂੰ ਲੱਗਦਾ ਹੈ ਸਾਰੀ ਮੁਸ਼ਕਲਾਂ ਜਿਹੜੀਆਂ ਦੂਰ ਹੋ ਜਾਣਗੀਆਂ ਤੇ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ। ਥੋੜਾ ਬਹੁਤਾ ਵਿਰੋਧ ਜਿਹੜਾ ਹੈਗਾ ਉਹ ਮੂਵੀ ਦਾ ਚੱਲਦਾ ਹੀ ਰਹਿੰਦਾ। ਠੀਕ ਹੈ। ਸਰ ਨਵਕਿਰਨ ਸਿੰਘ ਜੀ, ਇੱਕ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਅਸੀਂ ਬਹੁਤ ਛੋਟਾ ਜਿਹਾ ਵਕਫਾ ਲੈ ਕੇ ਅਖੀਰ ਦੇ ਵਿੱਚ ਤੁਹਾਡੇ ਕੋਲੋਂ ਇੱਕ ਸਵਾਲ, ਇਹ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਚੂੰਕਿ ਬੀਜੇਪੀ ਔਰ ਉਧਰੋਂ ਰਵਨੀਤ ਸਿੰਘ ਜਿਹੜੇ ਉਹਨਾਂ ਦੇ ਪੋਤਰੇ ਬੇਅੰਤ ਸਿੰਘ ਦੇ, ਇਹ ਪੋਲਰਾਈਜੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਇਹ ਕਿੱਥੇ ਤੱਕ ਕਾਮਯਾਬ ਹੋਏਗੀ? ਇੱਕ ਵਕਫੇ ਦੇ ਬਾਅਦ ਇਹ ਅਖੀਰਲੇ ਸਵਾਲ ਤੋਂ ਬਾਅਦ ਅਸੀਂ ਤੁਹਾਡੇ ਕੋਲ ਇਜਾਜ਼ਤ ਲਾਂਗੇ। ਕਿਰਪਾ ਕਰਕੇ ਲਾਈਨ ਤੇ ਬਣੇ ਰਹਿਣਾ। ਇੱਕ ਬ੍ਰੇਕ ਦੇ ਬਾਅਦ ਮੁੜ ਹਾਜ਼ਰ ਹੋਣੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਜੀ, ਜਿਹੜੇ ਖੁਦ ਹਿਊਮਨ ਰਾਈਟਸ ਦੇ ਅਲੰਬਰਦਾਰ ਹਨ ਔਰ ਬਹੁਤ ਹੀ ਇਸ ਦੇ ਉੱਤੇ ਕਾਫੀ ਸ਼ਿੱਦਤ ਨਾਲ ਕੰਮ ਕਰਦੇ ਆ ਰਹੇ ਹਨ। ਉਹਨਾਂ ਨੇ ਬਤੌਰੇ ਵਕੀਲ ਦੇ ਵੀ ਇਸ ਫਿਲਮ ਦੇ ਬਾਰੇ ਉਹ ਜਿੰਨੇ ਇਤਰਾਜ਼ ਸਨ ਉਹਨਾਂ ਨੂੰ ਦੂਰ ਕੀਤਾ। ਇਹਨਾਂ ਦੇ ਕੋਲ ਉਸ ਦੀ ਸਕ੍ਰਿਪਟ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਵਿਵਸਥਾ ਦੀ ਪੂਰੀ ਜਾਣਕਾਰੀ ਹੈ। ਸੋ ਉਹ ਸਾਡੇ ਨਾਲ ਇਸ ਫਿਲਮ ਦੇ ਬਾਰੇ ਦੱਸ ਰਹੇ ਸਨ। ਤੇ ਸਰ ਨਵਕਿਰਨ ਸਿੰਘ ਜੀ, ਇਹ ਦੱਸੋ ਕਿ ਜਿਹੜਾ ਇਹ ਇਲਜ਼ਾਮ ਬਾਰ-ਬਾਰ ਉਹ ਲਗਾ ਰਹੇ ਹੈ ਕਿ ਇਹਦੇ ਨਾਲ ਚੂੰਕਿ ਇਹ ਪੋਲੀਟੀਕਲ ਪਾਰਟੀਆਂ ਕੁਝ ਕਾਂਗਰਸ ਵੱਲੋਂ ਔਰ ਕੁਝ ਬੀਜੇਪੀ ਵੱਲੋਂ ਆ ਜਾਣ ਨਾਲ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਕੁਝ ਲੋਕ ਫਿਰ ਉਹੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈ।
ਇਹ ਤੁਹਾਨੂੰ ਇਸ ਦੇ ਬਾਰੇ, ਇਸ ਖਦਸ਼ੇ ਦੇ ਬਾਰੇ ਕੀ ਤੁਸੀਂ ਮਹਿਸੂਸ ਕਰਦੇ ਹੋ? ਦੇਖੋ ਜੀ, ਜਿਵੇਂ ਮੈਂ ਪਹਿਲੇ ਕਿਹਾ, ਕੁਝ ਲੋਕਾਂ ਦਾ ਐਗਜ਼ਿਸਟੈਂਸ ਜਿਹੜੀ ਹੈਗੀ ਵਿਰੋਧ ਦੇ ਵਿੱਚ ਹੈਗੀ ਹੈ। ਜੀ ਜੀ। ਜੇ ਉਹ ਵਿਰੋਧ ਨਾ ਕਰਨ ਤੇ ਉਹਨਾਂ ਦੀ ਆਪਣੀ ਐਗਜ਼ਿਸਟੈਂਸ ਖਤਮ ਹੋ ਜਾਂਦੀ ਹੈ। ਜੀ ਜੀ। ਤੋ ਰਵਨੀਤ ਬਿੱਟੂ ਹੋਰਾਂ ਦਾ ਇਸ ਚੀਜ਼ ਨੂੰ ਅਪੋਜ਼ ਕਰਨਾ ਜਿਹੜਾ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਜੀ। ਤੇ ਇਸੇ ਤਰੀਕੇ ਨਾਲ ਬੀਜੇਪੀ ਦੀ ਵੀ ਮਜਬੂਰੀ ਹੈਗੀ ਹੈ। ਹਾਂਜੀ। ਲੇਕਿਨ ਗੱਲ ਤਾਂ ਦੇਖਣ ਵਾਲੀ ਹੈ ਕਿ ਕੀ ਇਹ ਵਿਰੋਧ ਜਿਹੜਾ ਹੈਗਾ ਕਿ ਕਿਸੇ ਆਧਾਰਾਂ ਦੇ ਬੇਸ ਤੇ ਹੈਗਾ। ਹਾਂਜੀ। ਇਸ ਕਰਕੇ ਉਹ ਇਹਨੂੰ ਜਿਹੜਾ ਅਪੋਜ਼ ਕਰ ਰਹੇ ਨੇ ਜੀ। ਐਂਡ ਜਦੋਂ ਪਹਿਲੀ ਵਾਰੀ ਸਰਟੀਫਿਕੇਸ਼ਨ ਡਿਨਾਈ ਕੀਤੀ ਗਈ ਸੀਗੀ ਹਾਂਜੀ CBSE ਬੋਰਡ ਤੋਂ ਜੀ, ਉਹਦੇ ਵਿੱਚ ਵੀ ਜਿਹੜਾ ਹੈਗਾ ਇਹੋ ਜਿਹੇ ਗੱਲਾਂ ਆਈਆਂ ਸੀਗੀਆਂ ਕਿ ਜੀ ਇਹਦੇ ਡਾਇਲੌਗ ਇਸ ਤਰ੍ਹਾਂ ਹੈਗੇ ਨੇ ਤੇ ਇਸ ਤਰ੍ਹਾਂ ਮੂਵੀ ਹੈਗੀ ਹੈ। ਬਟ ਅਲਟੀਮੇਟਲੀ ਜਿਹੜਾ ਹੈਗਾ ਜਦੋਂ ਦਿੱਲੀ ਦੇ ਵਿੱਚ ਐਪਲੇਟ ਅਥਾਰਟੀ ਨੇ ਉਹ ਮੂਵੀ ਦੇਖੀ ਤੇ ਉਸ ਐਪਲੇਟ ਅਥਾਰਟੀ ਨੂੰ ਇੱਕ ਵਕੀਲ, ਸੀਨੀਅਰ ਵਕੀਲ ਜਿਹੜਾ ਜੀ ਉਹਨੂੰ ਹੈਡ ਕਰਦਾ ਹੈ, ਉਹਨੇ ਸਾਰੀ ਮੂਵੀ ਨੂੰ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਇਹਦੇ ਵਿੱਚ ਕੋਈ ਐਸੀ ਮਾੜੀ ਗੱਲ ਹੈ ਹੀ ਨਹੀਂ ਹੈ, ਇਹ ਤਾਂ ਤੱਥ ਨੇ ਜਿਹੜੇ ਫੈਕਟਸ ਹੈਗੇ ਨੇ। ਜਿਹੜਾ ਸੱਚ ਹੈਗਾ ਉਹਨੂੰ ਤੁਸੀਂ ਪੇਸ਼ ਕਰਨ ਤੋਂ ਕਦੀ ਵੀ ਰੋਕ ਨਹੀਂ ਸਕਦੇ, ਕਿਸੇ ਵੀ ਕਾਨੂੰਨੀ ਦਾਇਰੇ 'ਚ ਨਹੀਂ ਆਉਂਦੇ। ਇਸ ਕਰਕੇ ਮੂਵੀ ਜਿਹੜੀ ਹੈ ਉਹਨਾਂ ਨੇ ਪਾਸ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਕੋਈ ਰੁਕਾਵਟ ਆਏਗੀ। ਬਾਕੀ ਸਮਾਂ ਦੱਸੇਗਾ ਜੀ ਅੱਗੇ। ਠੀਕ ਹੈ। ਤੋ ਤੁਹਾਡਾ ਇਹ ਕਹਿਣਾ ਹੈ ਕਿ ਹਾਲਾਂਕਿ ਹੈ ਇਹ ਫਿਕਸ਼ਨ ਹੈ, ਪਰ ਫਿਕਸ਼ਨ ਵੀ ਸੱਚ ਦੇ ਬਹੁਤ ਨੇੜੇ ਹੈ ਜਾਂ ਸੱਚ ਦੇ ਉੱਤੇ ਆਧਾਰਿਤ ਹੈ? ਬਿਲਕੁਲ ਜੀ, ਸੱਚੇ ਤੱਥਾਂ ਤੇ ਫਿਲਮ ਆਧਾਰਿਤ ਕੀਤੀ ਗਈ ਹੈ ਜੀ। ਉਹ ਤੱਥ ਜਿਹੜੇ ਕਿ ਸਾਡੀ ਅਦਾਲਤਾਂ ਨੇ ਜੀ ਜਜਮੈਂਟ ਦੇ ਰਾਹੀਂ ਸਾਬਤ ਕੀਤੇ ਨੇ ਵੀ ਇਹ ਸਭ ਕੁਝ ਵਾਪਰਿਆ ਤੇ ਇਹ ਗਲਤ ਸੀਗਾ ਤੇ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਵੀ ਮਿਲੀਆਂ ਨੇ ਉਸ ਫੈਸਲੇ ਕਰਕੇ ਜੀ। ਤੋ ਜਿਹੜਾ ਆਰਟੀਕਲ 19 ਹੈਗਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਜੀ ਜੀ, ਉਹ ਸਾਨੂੰ ਇਹ ਹੱਕ ਦਿੰਦਾ ਕਿ ਅਸੀਂ ਜਿਹੜਾ ਹੈਗਾ ਫੈਕਚੁਅਲ ਪੋਜੀਸ਼ਨ ਨੂੰ ਅੱਗੇ ਹਾਈਲਾਈਟ ਕਰ ਸਕਦੇ ਹਾਂ ਜੀ। ਐਂਡ ਜਿਹੜੀ ਹੈਗੀ ਹੈ ਫਰੀडम ਆਫ ਐਕਸਪ੍ਰੈਸ਼ਨ ਐਂਡ ਸਪੀਚ ਦੇ ਵਿੱਚ ਜਿਹੜਾ ਸਾਡਾ ਹੱਕ ਹੈ ਜੀ, ਉਹਨੂੰ ਹੀ ਵਰਤੋਂ ਕਰਦੇ ਹੋਏ ਇਹ ਮੂਵੀ ਬਣਾਈ ਗਈ ਹੈ ਜੀ। ਤੇ ਮੇਰਾ ਖਿਆਲ ਮੂਵੀ ਜਿਹੜੀ ਹੈ ਲੋਕਾਂ ਨੂੰ ਅੱਜ ਦੀ ਜਿਹੜੀ ਸਪੈਸ਼ਲੀ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਉਹਨਾਂ ਦੇ ਮਾਈਂਡ ਵਿੱਚ ਜਿਹੜੇ ਖਦਸ਼ੇ ਹੈਗੇ ਨੇ ਵੀ ਕਿਉਂ ਲੋਕੀ ਜਿਹੜੇ ਨੇ ਉਹਨਾਂ ਨੇ ਬੰਦੂਕਾਂ ਚੁੱਕੀਆਂ, ਕੀ ਕਾਰਨ ਸੀਗੇ ਜੀ, ਉਹ ਸਾਰੇ ਜਿਹੜੇ ਕਾਫੀ ਹੱਦ ਤੱਕ ਸਾਫ਼ ਹੋਣਗੇ ਜੀ ਜੀ। ਤੇ ਇਹ ਮੂਵੀ ਜਿਹੜੀ ਹੈ ਕੋਈ ਇਹਦੇ ਵਿੱਚ ਗੈਰ ਕਾਨੂੰਨੀ ਗੱਲ ਨਾ ਹੁੰਦਿਆ ਹੋਇਆ, ਰਾਦਰ ਇਹ ਮੂਵੀ ਇੱਕ ਜਿਹੜੇ ਰਿਸ਼ਤੇ ਹੋਏ ਜਿਹੜੇ ਫੱਟ ਨੇ ਜੀ ਜੀ ਉਹਨਾਂ ਦੇ ਉੱਤੇ ਮਨਮ ਦਾ ਕੰਮ ਦੇਗੀ ਕਿ ਲੋਕ ਸਮਝਣਗੇ ਵੀ ਹਾਂ ਵੀ ਕਿਧਰੇ ਸਾਡੀ ਆਵਾਜ਼ ਬੁਲੰਦ ਕੀਤੀ ਗਈ ਐਂਡ ਦੂਸਰੀ ਧਿਰ ਵੀ ਸਮਝੇਗੀ ਜੀ ਜੀ ਕਿ ਜਿਹੜੇ ਵੀ ਇਨਸੀਡੈਂਟ ਹੋਏ ਉਹਨਾਂ ਹਾਲਾਤਾਂ ਕਰਕੇ ਹੋਏ ਜੀ। ਤੇ ਅਖੀਰਲਾ ਮੇਰਾ ਸਵਾਲ ਹੈ ਸਰ ਨਵਕਿਰਨ ਸਿੰਘ ਜੀ, ਕਿਉਂਕਿ ਜਿਹੜੇ ਫਿਲਮ ਬਣਾਉਣ ਵਾਲੇ ਹੈ ਨਿਸ਼ਚਿਤ ਤੌਰ ਦੇ ਉੱਤੇ ਉਹ ਵਪਾਰੀ ਨਹੀਂ, ਉਹ ਵਪਾਰੀ ਹਨ ਜਾਂ ਆਰਟਿਸਟ ਹਨ ਜਿਨ੍ਹਾਂ ਨੂੰ ਆਰਟ ਦੇ ਨਾਲ ਜਾਂ ਆਪਣੇ ਬਿਜ਼ਨਸ ਦਾ ਲਗਾਵ ਹੈ, ਕੋਈ ਰਾਜਨੀਤਿਕ ਬੰਦੇ ਨਹੀਂ, ਪਰ ਉਹਨਾਂ ਦਾ ਇਹ ਇਤਨਾ ਵੱਡਾ ਰਿਸਕ ਲੈਣਾ ਔਰ ਇਸ ਸਬਜੈਕਟ ਦੇ ਉੱਤੇ ਅੱਗੇ ਤੁਰਨਾ ਔਰ ਇਸ ਸਬਜੈਕਟ ਨੂੰ ਹੱਥ ਲਾਣਾ ਜਿਹਨੂੰ ਰਾਜਨੀਤਿਕ ਬੰਦੇ ਵੀ ਸੋਚਦੇ ਹੈ, ਤੇ ਉਹਨਾਂ ਦਾ ਮੋਟਿਵ ਕੀ ਲੱਗਦਾ ਹੈ, ਕਿਸ ਮੋਟਿਵ ਦੇ ਅਧੀਨ ਉਹ ਪ੍ਰੇਰਿਤ ਹੋ ਕੇ ਉਹਨਾਂ ਨੇ ਇਹ ਫਿਲਮ ਜਿਹੜੀ ਹੈ ਤਿਆਰ ਕੀਤੀ ਹੈ? ਦੇਖੋ ਜੀ, ਇਹ ਜਦੋਂ ਮੂਵੀ ਕਨਸੀਵ ਕੀਤੀ ਗਈ ਹੈ, ਜਦੋਂ ਇਹਦੀ ਸਕ੍ਰਿਪਟ ਪਹਿਲੇ ਬਣੀ ਹੈ ਜੀ, ਤੇ ਕਿਉਂਕਿ ਮੈਂ ਇਹਦੇ ਵਿੱਚ ਇੱਕ ਛੋਟਾ ਜਿਹਾ ਰੋਲ ਵੀ ਅਦਾ ਕੀਤਾ। ਅੱਛਾ ਅੱਛਾ, ਠੀਕ ਹੈ। ਤੋ ਐਂਡ ਮੇਰੇ ਤੋਂ ਪੂਰੀ ਗਾਈਡੈਂਸ ਲੈਂਦੇ ਰਹੇ ਨੇ ਜਦੋਂ ਉਹਨਾਂ ਨੇ ਮੂਵੀ ਦੀ ਸਕ੍ਰਿਪਟ ਬਣਾਈ ਹੈ। ਸਕ੍ਰਿਪਟ ਪਹਿਲੇ ਮੈਂ ਪੜ੍ਹ ਕੇ ਉਹਨੂੰ ਮਤਲਬ ਕਿ ਇਹਨਾਂ ਨੂੰ ਸੁਝਾਅ ਦਿੱਤੇ, ਕਿਉਂਕਿ ਪਿਛਲੇ 26 ਸਾਲਾਂ ਜੋ ਮੇਰਾ ਪਰਸਨਲ ਤਜਰਬਾ ਸੀਗਾ ਜੀ, ਕਿਉਂਕਿ ਮੇਰੇ ਕਲਾਇੰਟਸ ਇਸ ਦੌਰ ਵਿੱਚੋਂ ਲੰਘੇ ਨੇ ਤੇ ਮੈਂ ਵੀ ਇਸ ਦੌਰ ਨੂੰ ਬੜੀ ਚੰਗੀ ਤਰ੍ਹਾਂ ਜਾਣਿਆ ਤੇ ਮੈਂ ਉਹਨਾਂ ਦੀ ਕਈ ਗਲਤੀਆਂ ਐਸੀਆਂ ਸੀਗੀਆਂ ਜਿਹੜੀਆਂ ਕੱਢੀਆਂ, ਜਿਹੜੀ ਫੈਕਚੁਅਲ ਮਿਸਟੇਕ ਸੀਗੀਆਂ। ਠੀਕ ਹੈ ਠੀਕ ਹੈ। ਤੋ ਉਸ ਸਕ੍ਰਿਪਟ ਤੋਂ ਲੈ ਕੇ ਮੂਵੀ ਬਣਾਉਣ ਤੱਕ ਤੇ ਮੂਵੀ ਦੇ ਅਖੀਰ ਤੱਕ ਮੈਂ ਉਹਨਾਂ ਨਾਲ ਵਾਬਸਤਾ ਰਿਹਾ ਜੀ। ਤੇ ਉਹ ਜਿਹੜੇ ਲੋਕ ਬੜੇ ਡੈਡੀਕੇਟਿਡ ਲੋਕ ਨੇ, ਉਹਨਾਂ ਦਾ ਸਿਰਫ ਮੰਤਵ ਇਹ ਸੀਗਾ ਕਿ ਇਹ ਪੱਖ
ਵੀ ਪੇਸ਼ ਕਰਨਾ ਜ਼ਰੂਰੀ ਹੈ ਨਾ। ਉਹ ਪੱਖ ਜਿਵੇਂ ਤੁਸੀਂ ਅੱਗੇ ਰੈਫਰੈਂਸ ਦਿੱਤਾ ਹੈ ਜੀ ਚੈੱਕ ਰਿਵਿਊ ਮੂਵੀ ਦਾ, ਹਾਂਜੀ ਉਹਦੇ ਚ ਵੀ ਉਸ ਤਰ੍ਹਾਂ ਦੇ ਪੱਖ ਪੇਸ਼ ਕੀਤੇ ਗਏ ਨੇ, ਮਾਚਿਸ ਦੇ ਵਿੱਚ ਵੀ ਉਹ ਪੇਸ਼ ਕੀਤੇ ਗਏ ਨੇ। ਪਰ ਇਸ ਮੂਵੀ ਦੇ ਵਿੱਚ ਜ਼ਿਆਦਾ ਰੌਲਾ ਤਾਂ ਪੈ ਰਿਹਾ ਵੀ ਕਿਉਂਕਿ ਇਹ ਪੰਜਾਬੀ ਦੇ ਵਿੱਚ ਬਣ ਰਹੀ ਹੈ ਜਾਂ ਪੰਜਾਬ ਦੇ ਵਿੱਚ ਬਣੀ ਹੈ। ਜੀ 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 ਜੀ। ਤੇ ਬਿਲਕੁਲ ਤੁਸੀਂ ਬਤੌਰੇ ਵਕੀਲ ਦੇ ਜਿਵੇਂ ਦੱਸਿਆ ਹੈ ਕਿ ਫਰੀडम ਆਫ ਸਪੀਚ ਤਾਂ ਹੈ, ਕਨਸਟੀਟਿਊਸ਼ਨ ਗਰੰਟੀ ਵੀ ਦਿੰਦੀ ਹੈ, ਪਰ ਸਵਾਲ ਫਰੀडम ਆਫ ਸਪੀਚ ਦਾ ਨਹੀਂ, ਫਰੀडम ਆਫਟਰ ਸਪੀਚ ਦਾ ਹੁੰਦਾ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਉਹਦੇ ਤੇ ਕੋਈ ਖਤਰਾ ਨਹੀਂ ਹੋਏਗਾ? ਦੇਖੋ ਜੀ, ਮੈਂ ਤਾਂ ਕਾਨੂੰਨੀ ਤਰੀਕੇ ਨਾਲ ਨਹੀਂ ਦੱਸ ਸਕਦਾ ਕਿ ਕਾਨੂੰਨ ਦੇ ਮੁਤਾਬਿਕ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈ। ਜੀ ਜੀ ਜੀ। ਤੇ ਬਾਕੀ ਕੋਈ ਲੋਕਾਂ ਦੇ ਦਬਾਅ ਹੇਠ ਆ ਕੇ ਜਾਂ ਲੋਕਾਂ ਦਾ ਰੋਹ ਦੇਖ ਕੇ ਅਗਰ ਕੋਈ ਸਟੇਟ ਇਹਨੂੰ ਜਿਹੜੀ ਹੈਗੀ ਹੈ ਇਹਨੂੰ ਮੂਵੀ ਨੂੰ ਬੈਨ ਕਰਦੀ ਹੈ ਜੀ, ਉਹਦੇ ਬਾਰੇ ਤਾਂ ਕੋਈ ਵਿਚਾਰ ਨਹੀਂ ਕੀਤਾ ਜਾ ਸਕਦਾ। ਉਹ ਬੈਨ ਫਿਰ ਚੈਲੰਜ ਕਰਨਾ ਪਵੇਗਾ। ਠੀਕ ਹੈ। ਲੇਕਿਨ ਇਸ ਵੇਲੇ ਤੱਕ ਜੋ ਮਤਲਬ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਮੂਵੀ ਜਿਸ ਤਰ੍ਹਾਂ ਬਣਾਈ ਗਈ ਹੈ ਤੇ ਜੋ ਦੀ ਸਕ੍ਰਿਪਟ ਹੈ ਜੀ ਜੀ, ਕੋਈ ਵੀ ਗੱਲ ਗੈਰ ਕਾਨੂੰਨੀ ਨਹੀਂ ਹੈ ਤੇ ਲੋਕਾਂ ਨੂੰ ਜਿਹੜਾ ਹੈਗਾ ਹੌਸਲਾ ਰੱਖਣਾ ਚਾਹੀਦਾ ਹੈ। ਇਹ ਮੂਵੀ ਜਿਹੜੀ ਹੈ ਕਿਸੇ ਵੀ ਪੱਧਰ 'ਚ ਕਿਸੇ ਦੇ ਵੀ ਦਿਲ ਨੂੰ ਠੇਸ ਨਹੀਂ ਪਹੁੰਚਾਏਗੀ। ਬਿਲਕੁਲ ਸੱਚ ਹੈਗਾ ਔਰ ਸੱਚ ਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗੀ। ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਤਨੇ ਗੰਭੀਰ ਵਿਸ਼ੇ ਨੂੰ ਉਹਦੇ ਕਾਨੂੰਨੀ ਪੱਖਾਂ ਤੋਂ, ਔਰ ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਹੋਰ ਕਿਧਰੇ ਨਹੀਂ ਹੋ ਸਕਦੀ। ਅਮਰੀਕਾ ਔਰ ਕੈਨੇਡਾ ਦੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਹਨ। ਇਸ ਫਿਲਮ ਦੇ ਬਾਰੇ ਤੁਸੀਂ ਕੋਈ ਸੁਨੇਹਾ ਇੱਥੋਂ ਦੇ ਦਰਸ਼ਕਾਂ ਨੂੰ ਅਮਰੀਕਾ ਔਰ ਕੈਨੇਡਾ ਦੇ ਇਸ ਚੈਨਲ ਰਾਹੀਂ ਗੈਟ ਪੰਜਾਬੀ ਰਾਹੀਂ ਕੋਈ ਦੇਣਾ ਚਾਹੋਗੇ? ਇਹੀ ਸੁਨੇਹਾ ਹੈ ਕਿ ਜਦੋਂ ਮੂਵੀਜ਼ ਬਣਦੀਆਂ ਨੇ ਤੇ ਬੜੇ ਇੱਕ ਰਿਸਕੀ ਟੌਪਿਕਸ ਦੇ ਉੱਤੇ ਮੂਵੀ ਬਣਦੀਆਂ ਨੇ, ਲੋਕਾਂ ਨੂੰ ਵੱਧ ਚੜ ਕੇ ਮੂਵੀ ਨੂੰ ਦੇਖਣਾ ਚਾਹੀਦਾ ਹੈ, ਚਲਾਉਣਾ ਚਾਹੀਦਾ ਹੈ ਤੇ ਜੇ ਕਿਤੇ ਕੋਈ ਕਮੀਆਂ ਪੇਸ਼ੀਆਂ ਉਹਦੀ ਸੁਜੈਸ਼ਨ ਵੀ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਇਸ ਤਰ੍ਹਾਂ ਦੀ ਮੂਵੀਜ਼ ਬਾਰ-ਬਾਰ ਬਣਾਉਣ, ਤਾਂ ਕਿ ਇਸ ਚੀਜ਼ ਦਾ ਲੋਕਾਂ ਵਿੱਚ ਡਿਸਕਸ਼ਨ ਚੱਲ ਸਕੇ ਕਿ ਅਸਲ ਕੀ ਕਾਰਨ ਨੇ ਜਿਹੜਾ ਕਾਰਨਾਂ ਕਰਕੇ ਇਹ ਸਭ ਕੁਝ ਪੰਜਾਬ ਦੇ ਸੰਤਾਪ ਹੰਡਾਇਆ। ਜੇ ਕਿਤੇ ਗਲਤੀਆਂ ਹੋਈਆਂ ਹਨ ਉਹਨਾਂ ਗਲਤੀਆਂ ਨੂੰ ਦੂਰ ਕੀਤੇ ਜਾਣਾ ਚਾਹੀਦਾ ਹੈ ਤਾਂ ਕਿ ਕਦੀ ਵੀ ਇਹੋ ਜਿਹਾ ਸਮਾਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਦੁਬਾਰਾ ਨਾ ਵਾਪਸ ਆਵੇ। ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਸਰ ਨਵਕਿਰਨ ਸਿੰਘ ਜੀ। ਤੁਸੀਂ ਸਵੇਰੇ ਬਹੁਤ ਛੇਤੀ ਜਲਦੀ ਤੁਹਾਨੂੰ ਤਕਲੀਫ ਦਿੱਤੀ ਉੱਥੇ, ਔਰ ਇਸ ਪ੍ਰੋਗਰਾਮ ਵਿੱਚ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਸਰ ਨਵਕਿਰਨ ਸਿੰਘ ਜੀ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਤੁਸੀਂ ਸੁਣ ਲਿਆ ਕਿ ਉਹਨਾਂ ਨੇ ਕੀ ਕਿਹਾ ਹੈਗਾ ਤੇ ਇਸ ਫਿਲਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਹੈਲੋ ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਜੇ ਗੱਲ ਕਰ ਲਓਗੇ ਤੇ ਹੋ ਜਾਏਗੀ ਜੀ। ਹੈਲੋ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰੋਗੇ ਭਾਈ ਸਾਹਿਬ ਜਿਨ੍ਹਾਂ ਨੇ ਕਾਲ ਕਰ ਰਹੇ ਹੈ। ਹੈਲੋ ਹਾਂਜੀ ਵੀਰ ਜੀ। ਹਾਂਜੀ, ਤੁਸੀਂ ਨਾ ਜਦੋਂ ਗੱਲ ਕਰਦੇ ਹੋ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰ ਦਿਆ ਕਰੋ। ਜੀ, ਹੁਕਮ ਕਰੋ ਜੀ। ਕੌਣ ਬੋਲ ਰਹੇ? ਹਾਂਜੀ, ਮੈਂ ਜੀ ਇੱਥੋਂ ਨਿਊ ਜਰਸੀ ਤੋਂ ਬੋਲ ਰਿਹਾ। ਹਾਂਜੀ, ਕੌਣ ਬੋਲ ਰਿਹਾ? ਮੈਨੂੰ ਲੱਗਦਾ ਜਿਹੜੀ ਤੁਸੀਂ ਮੂਵੀ ਰਿਲੀਜ਼ ਹੋਣ ਵਾਲੀ ਆ, ਮੈਂ ਉਹਦੀ ਗੱਲ ਕਰ ਰਿਹਾ ਨਾ। ਹਾਂਜੀ, ਸਾਡਾ ਹੱਕ। ਉਹ ਦੇਖੋ ਜੀ, ਉਹ ਮੂਵੀ ਦੇ ਵਿੱਚ ਸੱਚ ਹੀ ਹੋਏਗਾ ਕਿ ਜਿਨ੍ਹਾਂ ਨੇ ਇਸ ਦੁੱਖ ਨੂੰ ਆਪਣੇ ਪਿੰਡੇ ਤੇ ਹੰਢਾਇਆ ਜਾਂ ਦੇਖਿਆ ਅੱਖੀਂ, ਉਹਨਾਂ ਨੂੰ ਤਾਂ ਇਹ ਸੱਚ ਦਾ ਪਤਾ, ਪਰ ਜਿਨ੍ਹਾਂ ਨੇ ਨਹੀਂ ਦੇਖਿਆ ਜਾਂ ਸੁਣੀਆਂ ਗੱਲਾਂ, ਉਹਨਾਂ ਨੂੰ ਤਾਂ ਇਹ ਅਜੀਬੋ ਗਰੀਬ ਲੱਗਦਾ ਨਾ। ਸੋ ਇਸ ਕਰਕੇ ਉਹ ਵਕੀਲ ਸਾਹਿਬ ਨੇ ਜੋ ਗੱਲ ਸਹੀ, ਕਿਉਂਕਿ ਮੈਂ ਅੱਖੀਂ ਦੇਖਿਆ ਜੀ ਇਹ ਸਾਰਾ ਸੀਨ। ਜਦੋਂ ਅਟੈਕ ਹੋਇਆ ਉਹ ਤੋਂ ਦੂਜੇ ਤੀਜੇ ਦਿਨ ਮੈਂ ਆਪ ਵੀ ਸਗੋਂ ਆਪਣੇ ਕੜੇ ਲਾ ਕੇ ਅਸੀਂ ਦਿੱਲੀ ਗਏ ਸੀ, ਮੈਂ ਭਰਾ ਨੂੰ ਆਪਣੇ ਨੂੰ ਦੇਖਣ ਜੀ। ਸੋ ਉਦੋਂ ਅਸੀਂ ਜਦ ਦੇਖਿਆ, ਸਾਡੇ ਗੁਆਂਢੀਆਂ ਦੇ, ਸਾਡੇ ਜਿੱਥੇ ਰਿਸ਼ਤੇਦਾਰ ਸੀ ਨਾ ਉਹਨਾਂ ਦੇ ਗੁਆਂਢੀਆਂ ਦੇ ਟਰੱਕ ਸੀ 7-8, ਉਹ ਸਾੜ ਦਿੱਤੇ, ਉਹਨਾਂ ਦੀ ਕੋਠੀ ਨੂੰ ਅੱਗ ਲਾਤੀ। ਪਰਿਵਾਰ ਦੇ ਬੰਦੇ ਵਿਚਾਰੇ ਕਿਤੇ ਭੱਜ ਕੇ ਨਿਕਲ ਗਏ ਹੋਣਗੇ। ਸਾਡੇ ਫੈਮਿਲੀ ਦੇ ਵੀ ਬੰਦਿਆਂ ਨੂੰ ਥੋੜਾ ਬਹੁਤਾ ਨੁਕਸਾਨ ਜ਼ਰੂਰ ਹੋਇਆ ਸੀਗਾ। ਪਰ ਇਹ ਆ ਵੀ ਜਿਨ੍ਹਾਂ ਨੇ
ਅੱਖੀਂ ਦੇਖਿਆ ਜਾਂ ਪਿੰਡੇ ਦੇ ਹੰਢਾਇਆ, ਉਹਨਾਂ ਨੂੰ ਤਾਂ ਇਸ ਦੁੱਖ ਦਾ ਜ਼ਰੂਰ ਪਤਾ। ਬਿਲਕੁਲ ਬਿਲਕੁਲ। ਬਾਕੀ ਦੂਸਰੇ ਲੋਕਾਂ ਨੂੰ ਹਜੇ ਉਹ ਕਿਉਂਕਿ ਉਹ ਇਸ ਦੁੱਖ ਦੇ ਵਿੱਚ ਨੰਗੇ ਨਹੀਂ ਹੈਗੇ ਨਾ, ਹਾਂਜੀ ਇਸ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਇਸ਼ੂ ਹੋ ਜਾਂਦਾ ਗੱਲ ਕਰਨੇ ਦਾ। ਸੋ ਫਾਰ ਮੇਰਾ ਸੱਚ ਹੀ ਆ, ਜੇ ਨਹੀਂ ਵੀ ਤੁਸੀਂ ਫਿਲਮ ਦੇਖੀ ਹੋਏਗੀ ਨਾ, ਲੱਗਦਾ ਵੀ ਉਹ ਸੱਚ ਹੀ ਹੋਏਗਾ ਜੀ। ਠੀਕ ਹੈ ਠੀਕ ਹੈ, ਕਿਉਂਕਿ ਅਸਲ ਵਿੱਚ ਇੱਕ ਤਰਫਾ ਜਿਹੜੀ ਗੱਲ ਤਾਂ ਸੁਣੀ ਹੈ, ਦੂਜਾ ਪੱਖ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਇਸ ਪੱਧਰ ਦੇ ਉੱਤੇ ਆ ਰਿਹਾ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਨੇਡਾ ਬਰੈਂਪਟਨ ਤੋਂ ਹਰਜਿੰਦਰ ਸਿੰਘ ਬੋਲ ਰਿਹਾ ਜੀ। ਵੀਰ ਜੀ ਹੁਕਮ ਕਰੋ। ਜੀ ਆਇਆਂ ਨੂੰ। ਮੈਂ ਤੁਹਾਡੀ ਡਿਸਕਸ਼ਨ ਸੁਣ ਰਿਹਾ ਸੀ ਜਦੋਂ ਤੁਸੀਂ ਲਾਇਰ ਸਾਹਿਬ ਨਾਲ ਕਰ ਰਹੇ ਸੀ ਜੀ। ਹੈਲੋ ਜੀ ਹਾਂ ਜੀ ਹਾਂ, ਹੁਕਮ ਕਰੋ। ਉਹ ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਸੀ, ਇੱਕ ਹੁੰਦੀ ਹੈ ਫਰੀडम ਆਫ ਸਪੀਚ, ਫਰੀडम ਆਫਟਰ ਸਪੀਚ। ਮੈਨੂੰ ਵਰਡ ਬੜਾ ਸੋਹਣਾ ਲੱਗਾ। ਇੰਡੀਆ ਦੇ ਵਿੱਚ ਇਹੋ ਹੀ ਹੈ ਕਿ ਉਹ ਉੱਥੇ ਜਿਹੜਾ ਲਾਅ ਦੀ ਪੋਜੀਸ਼ਨ ਹੈ ਵੈ ਵੀ ਜਿੱਥੇ ਲੱਗਦਾ ਉੱਥੇ ਲਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਇਹ ਨਹੀਂ ਦੇਖਦੇ ਕਿ ਇਹਨਾਂ ਨੇ ਠੀਕ ਪਿਕਚਰ ਬਣਾਈ ਹੈ, ਉਹਨਾਂ ਨੇ ਦੇਖਣਾ ਵੀ ਸਾਡੇ ਅਗੇਂਸਟ ਤਾਂ ਨਹੀਂ, ਜਿਹੜੀ ਪੋਲੀਟੀਕਲ ਪਾਰਟੀ ਰੂਲਿੰਗ ਹੈ ਉਹਦੇ ਅਗੇਂਸਟ ਤਾਂ ਨਹੀਂ ਹੈ, ਉਹਨਾਂ ਨੇ ਉਸ ਹਿਸਾਬ ਨਾਲ ਉਹਦਾ ਡਿਸੀਜਨ ਲੈਣਾ। ਬਿਲਕੁਲ। ਇਹ ਜਿਹੜਾ ਮੈਨੂੰ ਤੁਹਾਡਾ ਵਰਡ ਸੀ ਨਾ, ਫਰੀडम ਆਫਟਰ ਸਪੀਚ, ਇਹ ਮੈਨੂੰ ਬੜਾ ਅੱਛਾ ਲੱਗਾ ਵੀ ਉੱਥੇ ਇਹ ਨਹੀਂ ਪਤਾ ਵੀ ਕਿਹੜਾ ਬੰਦਾ ਸੱਚ ਬੋਲ ਕੇ ਵੀ ਅੰਦਰ ਹੋ ਜਾਏ। ਹਾਂ ਨਹੀਂ, ਉਹੀ ਗੱਲ, ਕਿਉਂਕਿ ਸਰ ਨਵਕਿਰਨ ਸਿੰਘ ਜੀ ਖੁਦ ਬਹੁਤ ਸੀਨੀਅਰ ਐਡਵੋਕੇਟ ਹੈਗੇ ਹੈ, ਤਾਂ ਉਹਨਾਂ ਦਾ ਰੋਜ਼ ਇਹ ਫਰੀडम ਆਫਟਰ ਸਪੀਚ ਬਾਰੇ ਹੀ ਉਹ ਝਗੜਾ ਹੁੰਦਾ ਹੈ ਔਰ ਉਸੇ ਮਸਲੇ ਨੂੰ ਲੈ ਕੇ ਅਦਾਲਤਾਂ ਵਿੱਚ ਜਾਂਦੇ ਆ। ਤਾਂ ਕਰਕੇ ਮੈਂ ਉਹਨਾਂ ਦੇ ਮੂੰਹੋਂ ਇਹ ਗੱਲ ਸੁਣਨੀ ਚਾਹੁੰਦੇ ਸੀ ਕਿ ਤੁਸੀਂ ਬਹੁਤ ਅੱਛਾ ਲੱਗਾ ਮੈਨੂੰ ਤੁਹਾਡਾ। ਪਰ ਇਹ ਹੈ ਕਿ ਪਿਕਚਰ ਦੇ ਵਿੱਚ ਕੋਈ ਖਰਾਬੀ ਨਹੀਂ ਹੈ ਜੀ। ਹਾਂਜੀ, ਮੈਂ ਰਿਵਿਊ ਲਿਆ, ਮਤਲਬ ਬਿਲਕੁਲ ਠੀਕ ਹੈ, ਕੋਈ ਸੱਚਾਈ ਦੇ ਬਹੁਤ ਨੇੜੇ ਹੈ ਔਰ ਐਵਰੀਬਾਡੀ ਸ਼ੁੱਡ ਵਾਚ ਇਟ। ਠੀਕ ਹੈ ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਸਮਾਂ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਇਸ ਗੰਭੀਰ ਵਿਸ਼ੇ ਦੇ ਉੱਤੇ ਪਹਿਲੀ ਵਾਰ ਫਿਲਮ ਬਣੀ ਹੈ ਜਿਹੜੀ ਕਿ ਦੂਸਰਾ ਪੱਖ ਵੀ ਦੱਸਦੀ ਹੈ ਕਿ ਕੀ ਹੋਇਆ। ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਸਾਡਾ ਹੱਕ ਫਿਲਮ, ਉਸ ਦੇ ਬਾਰੇ, ਜੋ ਫਿਲਮ ਕਿਵੇਂ ਬਣੀ, ਕਿਉਂ ਬਣੀ, ਉਹਦਾ ਮਕਸਦ ਕੀ ਸੀ, ਔਰ ਇਹ ਫਿਲਮ ਬਣਨ ਦੇ ਵੇਲੇ ਤੋਂ ਲੈ ਕੇ ਉਸ ਦੇ ਨਾਲ ਜੁੜੇ ਹੋਏ ਸਰਦਾਰ ਨਵਕਿਰਨ ਸਿੰਘ, ਸੀਨੀਅਰ ਐਡਵੋਕੇਟ ਔਰ ਹਿਊਮਨ ਰਾਈਟਸ ਐਕਟਿਵਿਸਟ, ਉਹਨਾਂ ਨੇ ਇਹਦੇ ਬਾਰੇ ਸਾਰੀ ਕਹਾਣੀ ਦੱਸੀ। ਤੁਸੀਂ ਇਹਦੇ 'ਤੇ ਇਤਰਾਜ਼ ਕੀਤੇ ਜਾ ਰਹੇ ਹਨ ਕਿ ਇਹ ਗਲਤ ਹੈ, ਨਹੀਂ ਹੋਣੀ ਚਾਹੀਦੀ। ਤੁਹਾਡੇ ਕੀ ਵਿਚਾਰ ਹਨ? ਕੀ ਇਹ ਫਿਲਮ ਜਾਰੀ ਹੋਣੀ ਚਾਹੀਦੀ ਹੈ? ਕੀ ਇਸ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ? ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਫੋਨ ਕਰਕੇ 516-825-0006। ਹੈਲੋ ਸਤਿ ਸ਼੍ਰੀ ਅਕਾਲ ਲੰਬਾ ਸਾਹਿਬ। ਸਤਿ ਸ਼੍ਰੀ ਅਕਾਲ ਸਰ रतन सिंह जी, जी आया ਨੂੰ ਹੁਕਮ ਕਰੋ। मैं क्या, सच को मिटाने वाले खुद मिट जाएंगे जहान से, आवाज़े सदाकत चुक नहीं सकेगी किसी शहनशाही शान से। जी लंबा साहब, खून का शोर तो सुना था सब दुनिया ने बड़े दूर से, मगर नजदीक रहने वालों को खबर तक ना हुई। कि ਇਹ ਜਿਹੜੀ ਫਿਲਮ ਹੈਗੀ ਹੈ ਜੀ, ਜ਼ਰੂਰ ਦੇਖਣੀ ਚਾਹੀਦੀ। ਇਹਦੇ ਤੇ ਰੋਕ ਲਾਉਣ ਦਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਹੈਗਾ ਇਹਦੇ ਵਿੱਚ ਕੋਈ ਐਸੀ ਹਿੱਚ ਹੋਵੇ। ਇਹਦਾ ਮਤਲਬ ਕੋਈ ਸੱਚ ਨੂੰ ਦਬਾਉਣ ਦਾ ਯਤਨ ਕੀਤਾ ਜਾਵੇ ਕਿ ਸੱਚ ਜ਼ਾਹਰ ਨਾ ਹੋ ਸਕੇ, ਆਵਾਜ਼ ਐਸੀ ਉਠਾਈ ਜਾਵੇ ਕਿ ਸੱਚ ਨੂੰ ਕੁਚਲਿਆ ਜਾਵੇ। ਕਿ ਇਹਦੇ ਵਿੱਚ ਕੋਈ ਐਸਾ ਨੁਕਤਾ ਤਾਂ ਹੈ ਨਹੀਂ ਕਿ ਜਿਹੜੇ ਕਿ ਰਿਵੋਲਟ ਰੈਵੋਲੂਸ਼ਨ ਆ ਜਾਊਗਾ ਜਾਂ ਕਿ ਇਹ ਰਾਤਵਾਦ ਫੈਲ ਜਾਊਗਾ, ਐਸੀ ਗੱਲ ਵਾਲੀ ਤਾਂ ਚੀਜ਼ ਹੈ ਨਹੀਂ। ਹਿਸਟਰੀ ਜਿਹੜੀ ਹੈਗੀ ਆ ਲਾਂਬਾ ਸਾਹਿਬ, ਇਹ ਰਿਪੀਟ ਵੀ ਹਿਸਟਰੀਆਂ ਰਿਪੀਟ ਵੀ ਹੋ ਜਾਇਆ ਕਰਦੀਆਂ ਹੈਗੀਆਂ, ਪਰ ਇਹੋ ਜਿਹੇ ਜਿਹੜੇ ਹਿਸਟਰੀਆਂ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ। ਉਹ ਤਾਂ ਇੱਕ ਤਰ੍ਹਾਂ ਦੀ ਕੌਮਾਂ ਦੀਆਂ ਅਜੀਮੋ ਸ਼ਾਨ ਬਣ ਕੇ ਰਹਿ ਜਾਂਦੀਆਂ ਹੈਗੀਆਂ ਤੇ ਭੁਲਾਈ ਉਹ ਚੀਜ਼ ਜਾਂਦੀ ਹੁੰਦੀ ਆ। ਜਿਸ ਤਰ੍ਹਾਂ ਕਿ ਮੁਸ਼ਰਫ ਸਾਹਿਬ ਦੀ ਮੈਨੂੰ ਬੜੇ ਬਹੁਤ ਚੰਗੇ ਲੱਗਦੇ ਆ। ਜਰਨੈਲ ਪਾਕਿਸਤਾਨ ਦਾ ਜਿਹੜਾ ਸੀ, ਆਂਦਾ ਜਿਹੜਾ 84 ਦੇ ਜਿਹੜਾ ਹੋਇਆ ਇਹਨੂੰ ਭੁੱਲ ਜਾਵੇ,
ਉਹ ਸਿੱਖਣੀ ਦਾ ਜੰਮਿਆ ਨਹੀਂ ਹੋ ਸਕਦਾ। ਇਹਦਾ ਮਤਲਬ ਚੀਜ਼ਾਂ ਇਹੋ ਜਿਹੀਆਂ ਭਲਾਈਆਂ ਕਦੇ ਨਹੀਂ, ਮਾਫੀ ਯਾਫਤਾ ਕਦੇ ਨਹੀਂ ਹੋ ਸਕਦੀਆਂ ਜਿਹੜੀਆਂ ਕਦੀ ਭਲਾਈਆਂ ਨਹੀਂ ਜਾ ਸਕਦੀਆਂ। ਇਹ ਭਲਾਈ ਨਹੀਂ ਜਾ ਸਕਦੀ ਹੈਗੀ। ਸੋ ਇਹ ਲੋਕਾਂ ਅੱਗੇ ਸਾਰਾ ਜਿਹੜਾ ਰੂਬਰੂ ਹੂਬਹੂ ਸੱਚ ਜਿਹੜਾ ਨਿਤਰਨਾ ਚਾਹੀਦਾ ਹੈਗਾ, ਔਰ ਕੂੜ ਖੁੱਟੇ ਨਾਨਕਾ ਓੜਕ ਸੱਚ ਰਹੀ। ਪਰ ਰਤਨ ਸਿੰਘ ਜੀ ਤੁਸੀਂ ਦੇਖੋ, ਤੁਸੀਂ ਤੇ ਕਹਿੰਦੇ ਹੋ ਕਿ ਉਹਦੇ 'ਚ ਕੋਈ ਐਸੀ ਗੱਲ ਨਹੀਂ, ਪਰ ਉਹ ਜਿਹੜੀ ਐਸੀ ਗੱਲ ਨਹੀਂ ਹੈ ਜਿਹੜਾ ਸ਼ੁਰੂ ਵਿੱਚ ਉਹਨਾਂ ਨੇ ਇਤਰਾਜ਼ ਕੀਤਾ, ਦੋ ਚੀਜ਼ਾਂ ਦੇ ਉੱਤੇ ਕੀਤਾ ਸੀ। ਇਹਦੇ ਵਿੱਚ ਰਾਜ ਕਰੇਗਾ ਖਾਲਸਾ ਤੁਸੀਂ ਕਿਹਾ, ਔਰ ਦੂਸਰਾ ਉਹਦੇ ਵਿੱਚ ਕਿਹਾ ਚੁੰਕਾਰ ਅਜ਼ਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਬਰਦਨ ਬਸ਼ਮਸ਼ੀਰੇ ਦਸਤ। ਸੋ ਜਿਨ੍ਹਾਂ ਨੇ ਇਤਰਾਜ਼ ਕਰਨਾ ਉਹਨਾਂ ਨੇ ਤਾਂ ਇਹਨਾਂ ਬੁਨਿਆਦੀ ਚੀਜ਼ਾਂ ਦੇ ਉੱਤੇ ਵੀ ਕਰ ਦੇਣਾ। ਸੋ ਇਤਰਾਜ਼ ਦੀ ਤੇ ਉਹਦੇ ਲਈ ਕੋਈ ਮਕਸਦ ਨਹੀਂ ਚਾਹੀਦਾ ਹੁੰਦਾ। ਤੋ ਬਾਕੀ ਰਹਿ ਗਈ ਗੱਲ ਉਹਨਾਂ ਨੂੰ ਇਤਰਾਜ਼ ਇਸ ਦੇ ਨਾਂ ਦੇ ਉੱਤੇ ਵੀ ਹੈ। ਹੈਲੋ ਲਾਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ, ਮੈਂ ਬਰੈਂਪਟਨ ਤੋਂ ਬੋਲਦਾ ਜੀ। ਭਾਈ ਸਾਹਿਬ ਜੀ, ਜੀ ਆਇਆਂ ਨੂੰ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਮੈਂ ਜੀ ਦੱਸਣਾ ਇਹ ਫਿਲਮ ਬਾਰੇ ਮੈਂ ਵੀ ਫੋਲੋ ਕਰਦਾ ਰਹਿੰਦਾ YouTube ਦੇ ਉੱਤੇ, ਤੇ ਉਹ ਤੇ ਪੜ੍ਹਦੇ ਰਹੀਦਾ। ਇਹ ਇਕੱਲੀ ਇਹ ਚੀਜ਼ ਨਹੀਂ ਹੈ ਜੀ, ਹੋਰ ਵੀ ਲਾਈਕ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਸੁਣਦੇ ਰਹਿੰਦੇ ਹਾਂ ਵੀ ਜੇ ਇਹ ਦੱਸਿਆ ਜਾਂਦਾ ਸਾਨੂੰ ਸਿੱਖਾਂ ਨੂੰ ਵੀ ਭਾਈ ਤੁਸੀਂ ਹਜੇ ਵੀ ਗੁਲਾਮ ਆ ਤੇ ਬੰਦੇ ਬਣ ਕੇ ਚੱਲੋ। ਮੇਰੇ ਹਿਸਾਬ ਨਾਲ ਤੇ ਇਹੀ ਮਤਲਬ ਨਿਕਲਦਾ ਵੀ ਜੇ ਦੂਜੀਆਂ ਫਿਲਮਾਂ ਜਿਵੇਂ ਆਪਾਂ ਨੈਕਸਲਾਈਟ ਤੇ ਬਣੀ ਸੀ ਉਹਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ, ਸਾਡੀ ਉਹ ਚਲੀ ਕੋਈ ਬਾਹਲੀ ਵੱਡੀ ਫਿਲਮ ਇੱਕ ਲੋਹ ਬਜਟ ਦੀ ਫਿਲਮ ਹੈ, ਤੁਸੀਂ ਦੇਖੋ ਉਹਨੂੰ ਧਿਆਨ ਦੇ ਨਾਲ। ਤੇ ਇੱਕ ਉਹਨਾਂ ਨੇ ਸਿਰਫ ਉਪਰਾਲਾ ਕੀਤਾ ਵੀ ਇੱਕ ਸਹੀ ਚੀਜ਼ ਜਿਹੜੀ ਕੋਰਟ ਦੇ ਵਿੱਚ ਕੇਸ ਵੀ ਹੈਗੀ 35,000 ਜਿਹੜੇ ਸਾਡੇ ਨੌਜਵਾਨ ਮੁੰਡੇ ਚੱਕ ਕੇ ਘਰਾਂ ਚੋਂ ਬਿਨਾਂ ਗੱਲੋਂ ਉਹ ਸ਼ਹੀਦ ਕਰ ਦਿੱਤੇ ਗਏ ਆ, ਤੇ ਕੋਈ ਪੁੱਛਣ ਵਾਲਾ ਨਹੀਂ। ਤੇ ਜੇ ਹੁਣ ਤੁਸੀਂ ਦੇਖੋ ਤਾਂ ਉਹ ਵੀ ਕਹਿੰਦੇ ਆ ਜੀ ਤੁਸੀਂ ਇਸ ਗੱਲ ਨੂੰ ਛੱਡੋ ਤੇ ਵੀ ਹੋਰ ਗੱਲ ਕਰੋ, ਵੀ ਹੋਰ ਨਵੀਂ ਗੱਲ, ਮਤਲਬ ਇਹੀ ਹੈ ਵੀ ਨਵੀਂ ਗੱਲ ਕਿਸੇ ਹੋਰ ਨਵੀਂ ਗੱਲ ਵਾਸਤੇ ਤਿਆਰ ਹੋ ਜਾਓ। ਬਿਲਕੁਲ 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 ਸਹੀ ਗੱਲ ਹੈ। ਤੁਹਾਡੇ ਵਿਚਾਰ ਬਹੁਤ ਕੀਮਤੀ ਹੈ, ਔਰ ਵਾਕਈ ਹੀ ਇਹੀ ਮਕਸਦ ਜਾਂ ਇਹਨਾਂ ਦਾ ਨਿਸ਼ਾਨਾ ਵੀ ਇੱਦਾਂ ਹੈ। ਜਦੋਂ ਇਹ ਫਿਲਮ ਬਣੀ ਇਸ ਦਾ ਨਾਂ ਰੱਖਿਆ ਗਿਆ ਸਾਡਾ ਹੱਕ। ਇਹਦੇ ਵਿੱਚ ਗੱਲ ਆਪਣੇ ਢੰਗ ਦੇ ਨਾਲ ਜੋ ਉਹਨਾਂ ਨੇ ਕੀਤੀ ਉਹ ਹੱਕ ਦੀ ਗੱਲ, ਕੁਛ ਸਾਡੇ ਹਕੂਕ ਦੀ ਗੱਲ ਕੀਤੀ। ਹਾਲਾਂਕਿ ਬਹੁਤ ਹੀ ਗੰਭੀਰ ਤਾਂ ਨਹੀਂ, ਪਰ ਹਾਸ ਰਸ ਦੇ ਕਵੀ ਸਨ ਸਰਦਾਰ ਈਸ਼ਰ ਸਿੰਘ ਜੀ ਭਾਈਆ। ਉਹ ਹਮੇਸ਼ਾ ਹੀ ਹਾਸ ਰਸ ਦੇ ਵਿੱਚ ਲਿਖਦੇ ਸੀ, ਪਰ ਐਤਕੀ ਉਹਨਾਂ ਨੇ ਅਖੀਰ ਦੇ ਵਿੱਚ ਉਹਨਾਂ ਨੂੰ ਵੀ ਕਹਿਣਾ ਪੈ ਗਿਆ, ਲੋਕਾਂ ਵੰਡੀਆਂ ਪਾ ਕੇ ਮੁਲਕ ਵੰਡ ਲਏ, ਸਾਡੇ ਲਈ ਹੈ ਲੱਡੂਆਂ ਦਾ ਬੂਰ ਨਾਨਕ, ਹੱਥ ਜੋੜ ਕੇ ਆਪਣਾ ਹੱਕ ਮੰਗੀਏ, ਅੱਗੋਂ ਕਹਿੰਦੇ ਨੇ ਉਹ ਹਜ਼ੂਰ ਨਾਨਕ, ਅੱਜ ਸਿੱਖਾਂ ਦੇ ਭੈੜੇ ਦਿਮਾਗ ਅੰਦਰ ਆ ਗਿਆ ਏ ਕੋਈ ਫਤੂਰ ਨਾਨਕ। ਸੋ ਹੱਕ ਦੀ ਗੱਲ ਕਰਨੀ ਵੀ ਇਹ ਫਤੂਰ ਵਾਲੀ ਗੱਲ ਸਮਝੀ ਜਾਂਦੀ ਹੈ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ? ਹਾਂ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਤੁਹਾਡਾ ਹਾਂਜੀ, ਕੌਣ ਬੋਲ ਰਹੇ ਜੀ? ਹੈਲੋ ਹਾਂਜੀ। ਸੋ ਇਹ ਜਿਹੜਾ ਅੱਜ ਦੇ ਇਸ ਸਾਡਾ ਵਿਸ਼ਾ ਸੀ ਕਿ ਉਹ ਫਿਲਮ ਜਿਹੜੀ 1984 ਦੇ ਉਹਨਾਂ ਹਾਲਾਤ ਦੇ ਉੱਤੇ ਪਹਿਲੀ ਵਾਰ, ਅੱਜ ਤੱਕ ਤਾਂ ਸਿਰਫ ਕੇਵਲ ਸਰਕਾਰੀ ਪੱਖ ਸੀ, ਸਰਕਾਰੀ ਬਿਆਨ ਸਨ, ਜਾਂ ਉਹ ਜੋ ਕੁਝ ਸਾਨੂੰ ਦੱਸਿਆ ਗਿਆ ਜਾਂ ਜੋ ਕੁਝ ਕਿਹਾ ਗਿਆ, ਔਰ ਇੱਕ ਤਰਫਾ ਹੀ ਸਾਰਾ ਕੁਝ ਹੋਇਆ। ਦੂਸਰੇ ਪਾਸੇ ਜਿਹੜੇ ਤੱਥ ਸਨ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਉਹ ਤੱਥ ਅਦਾਲਤਾਂ ਦੇ ਰਿਕਾਰਡ ਵਿੱਚ, ਸਰਕਾਰੀ ਰਿਕਾਰਡਸ ਦੇ ਵਿੱਚ ਮੌਜੂਦ ਸੀ। ਸਾਡੀ ਕੋਸ਼ਿਸ਼ ਹੈ ਜੇ ਅਸੀਂ ਉਸ ਫਿਲਮ ਦੀਆਂ ਕੋਈ ਕਲਿੱਪਿੰਗਸ ਵੀ ਤੁਹਾਨੂੰ ਦਿਖਾ ਸਕੀਏ ਕਿ ਕਿਹੜੇ ਇਤਰਾਜ਼, ਕਿਸ ਕਿਸਮ ਦੇ ਨਾਲ ਉਹ ਇਤਰਾਜ਼ ਉਹਨਾਂ ਨੇ ਕੀਤੇ ਹਨ, ਜਿਨ੍ਹਾਂ ਬੰਦਿਆਂ ਨੇ, ਜਿਨ੍ਹਾਂ ਵਿੱਚ ਰਵਨੀਤ ਸਿੰਘ ਬਿੱਟੂ ਸਾਹਿਬ ਬੇਅੰਤ ਸਿੰਘ ਦਾ ਪੋਤਰਾ, ਨਾਲ ਉਹਨਾਂ ਦੇ ਦੂਜੇ ਰਾਣਾ ਨਈਅਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, ਔਰ ਉਸ ਦੇ ਇਲਾਵਾ ਹੋਰ ਵੀ ਜਿਨ੍ਹਾਂ ਨੇ ਇਤਰਾਜ਼ ਕੀਤੇ, ਬਲਰਾਮ ਜੀ ਦਾਸ ਟੰਡਨ ਵਗੈਰਾ। ਉਹ ਕੀ ਕਹਿਣਾ ਚਾਹੁੰਦੇ ਹੈ, ਉਹਨਾਂ ਦਾ ਕੀ ਨਜ਼ਰੀਆ ਹੈ ਇਸ ਦੇ ਬਾਰੇ। ਪਰ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਰਵਨੀਤ ਸਿੰਘ ਬਿੱਟੂ ਜਿਹੜੇ ਕਾਂਗਰਸ ਦੇ MP ਵੀ ਹਨ, ਉਹ ਕੀ ਕਹਿਣਾ ਚਾਹੁੰਦੇ ਹਨ ਇਸ ਦੇ ਬਾਰੇ। जाके दिल्ली खुद जाके मैं अपील करूंगा, चाहे होम मिनिस्टर से, चाहे हमारे मनीष तिवारी जी ब्रॉडकास्टिंग मिनिस्टर है, इसके ऊपर जरूर गंभीरता से
इसको देखें। ये पिक्चर किसी तरीके से रुकनी चाहिए क्योंकि एक वन साइड इसमें दिखाई गई है और वो भी टोटल गलत तरीके से पेश किया गया है। ਇਹਨਾਂ ਦਾ ਕਹਿਣਾ ਹੈ ਕਿ ਇਹ ਵਨ ਸਾਈਡਡ ਹੈਗੀ ਹੈ ਤੇ ਗੱਲ ਇਹ ਹੈਗੀ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਦਿਖਾਇਆ ਗਿਆ ਕਿ ਉਹ ਟੂ ਸਾਈਡਡ ਸੀ। ਜੇ ਉਹ ਦੋਨੋਂ ਪੱਖ ਦਿਖਾਏ ਹੁੰਦੇ ਤਾਂ ਸ਼ਾਇਦ ਫਿਰ ਇਸ ਦੀ ਲੋੜ ਵੀ ਨਹੀਂ ਸੀ ਪੈਣੀ। ਜੇਕਰ ਇਮਾਨਦਾਰੀ ਦੇ ਨਾਲ ਜੋ ਕੁਝ ਵਾਪਰਿਆ, ਜੇ ਉਹਨਾਂ ਘਟਨਾਵਾਂ ਜਾਂ ਜਿਹੜੀਆਂ ਅਫਸੋਸਨਾਕ ਹਾਦਸੇ, ਜੇ ਉਹਨਾਂ ਦੇ ਕਾਰਨਾਂ ਦਾ ਸਹੀ ਵਿਸ਼ਲੇਸ਼ਣ ਕਰਕੇ ਸਰਕਾਰ ਨੇ ਅਗਰ ਉਸ ਦੇ ਉੱਤੇ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਉਸ ਦੇ ਬਾਅਦ ਨਾ ਕਿਸੇ ਪ੍ਰੋਗਰਾਮ ਦੀ ਲੋੜ ਹੋਣੀ ਸੀ, ਨਾ ਕਿਸੇ ਹੋਰ ਚੀਜ਼ ਦੀ। ਪਰ ਜਿਵੇਂ ਅੱਜ ਅਮਰੀਕਾ ਦੀ ਸਰਕਾਰ ਨੇ ਵੀ ਇਹ ਕਿਹਾ ਹੈ, ਇਹ ਮੰਨਿਆ ਹੈ ਜਾਂ ਉਹਨਾਂ ਨੇ ਆਪਣੇ ਐਲਾਨ ਵਿੱਚ ਕਿਹਾ ਹੈ ਕਿ 1984 ਦੇ ਵਿੱਚ ਬਹੁਤ ਗੰਭੀਰ ਜਿਹੜੇ ਮਾਨਵੀ ਅਧਿਕਾਰਾਂ ਦੇ ਉਲੰਘਣ ਹੋਏ ਹਨ, ਉਹਨਾਂ ਦਾ ਕਾਣ ਹੋਇਆ ਹੈ ਔਰ ਅਮਰੀਕਾ ਦੀ ਸਰਕਾਰ ਨੇ ਉਹਨਾਂ ਦੇ ਉੱਤੇ ਨਜ਼ਰ ਵੀ ਰੱਖ ਰਹੇ ਹਨ ਔਰ ਉਸ ਦੇ ਉੱਤੇ ਉਹਨਾਂ ਨੇ ਵਕਤ ਕਾਰਵਾਈ ਵੀ ਕੀਤੀ ਹੈ। ਅਤੇ ਇਸ ਕਰਕੇ ਅਗਲੀ ਜਿਹੜੀ ਹੈ ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਦੂਜਾ ਵੀ ਅਸੀਂ ਕਲਿੱਪ ਅਸੀਂ ਤੁਹਾਨੂੰ ਦਿਖਾ ਕੇ ਉਸ ਪੱਖ ਨੂੰ ਵੀ ਗੱਲ ਕਰ ਸਕੀਏ। Not at all in the interest of the state or in national interest at any cost. ਹੈਲੋ ਹਾਂਜੀ, ਇਹ ਸਨ ਬਲਰਾਮ ਜੀ ਦਾਸ ਟੰਡਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਨ ਔਰ ਜਿਹੜੇ ਕਿ ਭਾਜਪਾ ਅਕਾਲੀ ਉਸ ਗੱਠਜੋੜ ਦੇ ਇੱਕ ਅਹਿਮ ਕੜੀ ਹਨ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬਹੁਤ ਹੀ ਗਲਤ ਕਿਸਮ ਦੀ ਇਹ ਫਿਲਮ ਹੈ ਔਰ ਇਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਅਗਰ ਇੱਕ ਵਾਰ ਅਸੀਂ ਦੇਖ ਸਕੀਏ ਬਲਰਾਮ ਜੀ ਦਾਸ ਟੰਡਨ ਕੀ ਕਹਿਣਾ ਚਾਹੁੰਦੇ ਹਨ। I think it's a very dangerous trend. It's like playing with fire. They don't really seem to understand what they are doing. ਜੀ, ਸੋ ਸਾਡੀ ਕੋਸ਼ਿਸ਼ ਹੈ ਉਹ ਜਿਹੜੇ ਕਲਿੱਪਿੰਗ ਅਗਰ ਬਲਰਾਮ ਜੀ ਦਾਸ ਟੰਡਨ ਦੀ ਅਗਰ ਅਸੀਂ ਵੇਖ ਸਕੀਏ, ਕਿਉਂਕਿ ਉਹਨਾਂ ਦਾ ਸੁਨੇਹਾ ਇਸ ਵਾਤਾਵਰਣ ਦੇ ਵਿੱਚ ਬਹੁਤ ਹੀ ਅਹਿਮ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। Not at all in the interest of the state or in national interest at any cost. ਇਹਨਾਂ ਦਾ ਕਹਿਣਾ ਹੈ ਕਿ ਇਹ ਦੇਸ਼ ਦੇ ਹੱਕ ਵਿੱਚ ਕਤਈ ਨਹੀਂ ਹੈ ਬਲਰਾਮ ਜੀ ਦਾਸ ਟੰਡਨ ਦਾ ਔਰ ਇਸ ਨੂੰ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਸੋ ਕੀ ਨੇਸ਼ਨ ਦੇ ਹੱਕ ਵਿੱਚ ਕੀ ਹੈ, ਕੀ ਸੱਚ ਸਾਹਮਣੇ ਆਉਣਾ ਨਹੀਂ ਚਾਹੀਦਾ। ਅਗਰ ਉਸ ਫਿਲਮ ਦੇ ਵਿੱਚ ਜਿਸ ਨੂੰ ਸੈਂਸਰ ਬੋਰਡ ਨੇ ਵੀ ਉਸ ਦੀ ਇਜਾਜ਼ਤ ਦੇ ਦਿੱਤੀ ਹੈ, ਉਹਨਾਂ ਨੇ ਸਾਰੇ ਇਤਰਾਜ਼ ਦੂਰ ਕਰਕੇ ਉਹਨਾਂ ਨੇ ਉਸ ਨੂੰ ਇਜਾਜ਼ਤ ਦਿੱਤੀ ਹੈ, ਫਿਰ ਇਸ ਤੋਂ ਬਾਅਦ ਇਹ ਇਤਰਾਜ਼ ਕਿੱਥੇ ਤੱਕ ਵਾਜਬ ਹੈ। ਤੁਸੀਂ ਸਾਨੂੰ ਕਾਲ ਕਰਦੇ ਰਹੋ 516 825 0006 ਦੇ ਉੱਤੇ ਜਾਂ 516 825 1118 ਦੇ ਉੱਤੇ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ। ਗੈਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਨਿਰਭਉ ਨਿਰਵੈਰ ਪ੍ਰੋਗਰਾਮ ਦਾ ਮਕਸਦ, ਇਸ ਦਾ ਨਿਸ਼ਾਨਾ, ਇਸ ਦਾ ਆਸ਼ਾ ਬਹੁਤ ਸਪਸ਼ਟ ਹੈ ਕਿ ਬਗੈਰ ਕਿਸੇ ਪੱਖਪਾਤ ਦੇ ਸੱਚ ਔਰ ਹੱਕ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰ ਸਕੀਏ। ਕੇਵਲ ਲਫ਼ਜ਼ਾਂ ਦੇ ਨਾਲ ਨਹੀਂ, ਅਮਲੀ ਤੌਰ ਦੇ ਉੱਤੇ ਇਸ ਚੈਨਲ ਤੋਂ ਅਸੀਂ ਉਹ ਆਵਾਜ਼ ਬੁਲੰਦ ਕਰੀਏ ਜਿਹੜਾ ਸਾਡਾ ਫਰਜ਼ ਤਾਂ ਹੈ ਪਰ ਸਾਡਾ ਹੱਕ ਵੀ ਹੈ। ਹੱਕ ਔਰ ਫਰਜ਼ ਇੱਕ ਦੂਜੇ ਦੇ ਪੂਰਕ ਹੁੰਦੇ ਹਨ, ਇੱਕ ਪਾਸੇ ਦੀ ਗੱਲ ਨਹੀਂ ਬਣਦੀ। ਜੋ ਕੁਝ ਇਸ ਆ ਰਹੀ ਫਿਲਮ ਦੇ ਉੱਤੇ ਆਉਣ ਤੋਂ ਪਹਿਲਾਂ ਹੀ ਜਿਹੜੇ ਇਤਰਾਜ਼ ਕੀਤੇ ਗਏ ਹਨ ਉਹ ਬਹੁਤ ਹੀ ਹਾਸੋਹੀਣੇ ਜਿਹੇ ਹਨ ਕਿ ਇੱਕ ਪੱਖ ਨੂੰ ਲੈ ਕੇ ਜਿਸ ਤਰੀਕੇ ਦੇ ਇਤਰਾਜ਼ ਹਨ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ, ਪਰ ਤੁਹਾਡੇ ਵਿਚਾਰ ਬਹੁਤ ਜ਼ਰੂਰੀ ਹਨ। ਹੈਲੋ ਸਤਿ ਸ਼੍ਰੀ ਅਕਾਲ ਜੀ। ਨਮਨ ਸਾਹਿਬ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਜਸਵੰਤ ਬੋਲ ਰਿਹਾ ਜੀ, ਸਿਆੜੂ। ਜੀ ਵੀਰ ਜੀ, ਕਿੱਥੋਂ? ਸਿਆੜੂ ਤੋਂ ਬੋਲ ਰਹੇ। ਜੀ ਹੁਕਮ ਕਰੋ ਵੀਰ ਜੀ। ਬਸ ਇਹੀ ਹੈ ਜੀ, ਮੇਨ ਗੱਲ ਦਾ ਵੀ ਉਹ
ਚੰਗੀ ਬੁੱਕ ਛਪਦੀ ਆ ਉੱਤੇ ਵੀ ਪਾਬੰਦੀ ਲਾ ਦਿੰਦੇ ਆ, ਚੰਗੀ ਪਿਕਚਰ ਆ ਉੱਤੇ ਵੀ ਪਾਬੰਦੀ ਲਾ ਦਿੰਦੀ ਆ, ਇੱਥੋਂ ਤੱਕ ਕਿ ਜੇ ਕੋਈ ਪ੍ਰਚਾਰ ਵੀ ਚੱਲਦਾ ਉੱਤੇ ਵੀ ਪਾਬੰਦੀ ਲਾ ਦਿੰਦੇ ਆ। ਮੈਂ ਤਾਂ ਇਹੀ ਕਹਿਣਾ ਵੀ ਜੇ ਬੰਦਾ ਮੂਵੀ ਬਣਾਉਣੀ ਚਾਹੁੰਦਾ ਉਹਨਾਂ ਨੂੰ ਇੱਥੇ ਬਣ ਨਹੀਂ ਦਿੰਦੇ ਜਾਂ ਸਹੀ ਗੱਲ ਪੇਸ਼ ਨਹੀਂ ਕਰਨ ਦਿੰਦੇ, ਪਾਕਿਸਤਾਨ ਦੇ ਵਿੱਚ ਜਾ ਕੇ ਬਣਾ ਲੈਣੀ ਚਾਹੀਦੀ ਆ ਜੀ। ਜਿੱਦਾਂ ਮਰਜ਼ੀ, ਖਰਚਾ ਵੀ ਘੱਟ ਹੋਏਗਾ ਜੀ, ਇੱਕ ਉਹ ਕਲਚਰ ਵੀ ਪੁਰਾਣਾ ਜੋ ਪੰਜਾਬ ਉੱਥੋਂ ਦਿਖਦਾ ਹੈ ਨਾ ਜੀ ਜੀ, ਘੱਟ ਪੇ ਦੇ ਐਕਟਰ ਵੀ ਉੱਥੋਂ ਮਿਲ ਸਕਦੇ ਆ ਤੇ ਉਹ ਰਿਲੀਜ਼ ਕਰ ਦੇਣੀ ਚਾਹੀਦੀ ਬਾਹਰ ਲਿਆ ਕੇ ਕੋਈ ਵੀ ਪਿਕਚਰ। ਜੀ 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 ਵੀਰ ਜੀ, ਤੁਹਾਡੀ ਗੱਲ ਸਹੀ ਹੈ, ਪਰ ਜਿਹੜਾ ਕਰਮ ਖੇਤਰ ਹੈ ਦੇਖੋ, ਬਾਹਰ ਜਾ ਕੇ ਅਸੀਂ ਜਿੰਨਾ ਮਰਜ਼ੀ ਕਰ ਲਈਏ, ਪਰ ਜਿਹੜੇ ਉਸ ਮੁਲਕ ਦੇ ਕੀ ਅਸੀਂ ਬਸ਼ਿੰਦੇ ਨਹੀਂ, ਕੀ ਸਾਡਾ ਕੋਈ ਹੱਕ ਨਹੀਂ, ਕੀ ਅਸੀਂ ਉੱਥੋਂ ਦੇ ਵਾਸੀ ਨਹੀਂ, ਕੀ ਉਹ ਜਿਹੜੇ ਉੱਥੇ ਦੇ ਹਕੂਕ ਹੈ, ਜਿਹੜੇ ਫਰਜ਼ ਹੈ, ਕੀ ਉਹ ਸਾਡੇ ਤੇ ਲਾਗੂ ਨਹੀਂ ਹੁੰਦੇ? ਕੀ ਅਸੀਂ ਉੱਥੋਂ ਦੇ ਵਸਨੀਕ ਨਹੀਂ? ਸਾਨੂੰ ਉਹ ਕਿਉਂ ਨਹੀਂ ਮਿਲਣੇ ਚਾਹੀਦੇ? ਲਾਂਬਾ ਸਾਹਿਬ, ਉੱਥੋਂ ਦੇ ਵਸਨੀਕ ਦਾ ਤਾਂ ਉਹਨੇ ਸਾਨੂੰ ਦੱਸ ਹੀ ਦਿੱਤਾ ਵੀ ਤੁਸੀਂ ਇੱਥੇ ਦੇ ਵਸਨੀਕ ਹੈ ਨਹੀਂ। ਸਾਡੇ ਦਰਬਾਰ ਸਾਹਿਬ ਤੇ 2 ਅਟੈਕ ਹੋਇਆ, ਬਾਅਦ ਜੋ ਘਾਣ ਹੋਇਆ ਜੀ, ਅੱਜ ਤੱਕ ਜੋ ਕੁਝ ਹੋ ਰਿਹਾ ਉਹ ਨਹੀਂ, ਉਹ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਇੱਥੋਂ ਦੇ ਵਸਨੀਕ ਨਹੀਂ। ਜੀ ਜੀ, ਨਹੀਂ ਉਹਨਾਂ ਦੀ ਕੋਸ਼ਿਸ਼ ਤਾਂ ਹੈ, ਪਰ ਫਿਰ ਸੰਘਰਸ਼ ਤਾਂ ਇਹੀ ਹੈ ਨਾ, ਸੰਘਰਸ਼ ਦਾ ਰੂਪ ਬਦਲੀ ਹੁੰਦਾ ਹੈ। ਪਰ ਹੁਣ ਉੱਥੋਂ ਅਗਰ ਜਿਵੇਂ ਤੁਸੀਂ ਕਹਿ ਰਹੇ ਹੋ, ਠੀਕ ਹੈ, ਤੁਹਾਡੀ ਇੱਕ ਮਨ ਦੀ ਵੇਦਨਾ ਹੈ, ਤੁਸੀਂ ਆਪਣੀ ਇੱਕ ਸਟ੍ਰੈਟਜੀ ਕਹਿ ਲਓ ਜਾਂ ਇੱਕ ਕਮਜ਼ੋਰੀ ਵੀ ਕਹੀ ਜਾ ਸਕਦੀ ਹੈ ਕਿ ਅਸੀਂ ਫਿਰ ਉੱਥੋਂ ਛੱਡ ਕੇ ਆ ਜਾਏ, ਫਿਰ ਤਾਂ ਉਹ ਕਾਮਯਾਬ ਹੋ ਗਏ ਨਾ, ਇਹੀ ਤਾਂ ਉਹ ਚਾਹੁੰਦੇ ਆ। ਹਾਂਜੀ ਹਾਂਜੀ, ਫਿਰ ਤਾਂ ਇਹਦਾ ਮਤਲਬ ਹੈ ਕਾਮਯਾਬ ਹੋ ਗਏ। ਇਹਦਾ ਮਤਲਬ ਜਿਹੜੇ ਉੱਥੇ ਰਹਿ ਜਾਣਗੇ, ਕਿਉਂਕਿ ਇੱਕ ਗੱਲ ਹੋਰ ਪੱਕੀ ਹੈ, ਜੇ ਸਿੱਖ ਅਗਰ ਕਾਇਮ ਹੈ, ਜੇ ਕੌਮ ਬਚੀ ਹੋਈ ਹੈ, ਤਾਂ ਉਹ ਨਿਸ਼ਚਿਤ ਤੌਰ ਤੇ ਜੇ ਪਿੱਛਾ ਹੈ, ਜੇ ਪੰਜਾਬ ਹੋਏਗਾ ਉਹ ਪ੍ਰੇਰਨਾ ਸਰੋਤ ਹੋਏਗਾ। ਜੇ ਹਰਮੰਦਰ ਸਾਹਿਬ ਹੋਏਗਾ, ਜਿਵੇਂ ਪੁਰਾਣੇ ਵੀ ਕਹਿੰਦੇ ਸੀ ਕਿ ਮੁਰਸ਼ਦ ਇਨਕਾ ਵਲੀ ਭਿਓ ਹੈ, ਇनको ਆਬੇ ਹयात ਦਿਓ ਹੈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਜ਼ਦਿਲ ਹੋਵਤ ਸ਼ੇਰ ਵਸੇਖਾ, ਕਾਣ ਨਾ ਕਾਹੂੰ ਕੀ ਇਹ ਰਾਖਤ, ਸ਼ਹਿਨਸ਼ਾਹ ਖੁਦੀ ਕੋ ਪਾਕਤ। ਜੇ ਤੁਹਾਡਾ ਮਤਲਬ ਫਿਰ ਬਾਹਰ ਚਲੇ ਜਾਓ ਤੇ ਫਿਰ ਉੱਥੇ ਸਾਰਾ ਕੁਝ ਛੱਡ ਕੇ ਆ ਜਾਓ, ਕਿਹਨਾਂ ਦੇ ਹਵਾਲੇ ਕਰਕੇ ਆਓਗੇ? ਨੰਬਰ ਪਰ ਜੋ ਹੁਣ ਹਾਲਾਤ ਬਣੇ ਹੋਏ ਆ, ਉਹ ਕੀ ਸਾਨੂੰ ਸੇਧ ਦੇਣਗੇ ਉਹਨਾਂ ਦੇ ਪੋਲੀਟੀਕਲ ਜਾਂ ਸਾਡੇ ਧਾਰਮਿਕ ਜਿਹੜੇ ਦੂਜੇ ਆ, ਜਾਂ ਕੋਈ ਇਸ ਵੇਲੇ ਕੋਈ ਸਾਨੂੰ ਆਸ ਦੀ ਕਰਨ ਕੋਈ ਦਿਸਦੀ ਨਹੀਂ। ਜੀ 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 ਜੀ, ਹਾਂਜੀ, ਕੋਈ ਵੀ ਆਸ ਦੀ ਕਰਨ ਦਿਸਦੀ ਹੋਵੇ, ਉਹ ਕੀ ਕੋਈ ਸਾਡੇ ਲਈ ਕੋਈ ਇਹਨਾਂ ਦਾ ਰੋਲ ਮਾਡਲ ਅੱਗੇ ਨਹੀਂ ਆ ਰਿਹਾ ਜਿਹਨੂੰ ਅਸੀਂ ਕਹਿ ਸਕੀਏ ਵੀ ਆਹ ਸਹੀ ਹੈ। ਅੱਜ ਦੇ ਪੰਜਾਬ ਦੀ ਜੋ ਤਸਵੀਰ ਆ ਉਹ ਤਾਂ ਸਾਰੇ ਉਤੋਂ ਵਾਕਫ ਨੇ, ਉੱਥੇ ਕੀ ਕੁਛ ਹੋ ਰਿਹਾ। ਮੈਨੂੰ ਨਾ, ਮੈਂ ਬਤੌਰੇ ਇੱਕ ਸਧਾਰਨ ਸਿੱਖ ਦੇ, ਮੈਂ ਇੱਕ ਬੜਾ ਸਵਾਲ ਬਾਰ-ਬਾਰ ਮੇਰੇ ਜ਼ਿਹਨ ਵਿੱਚ ਆਉਂਦਾ ਕਿ ਜਦੋਂ ਦੇ ਸਿੱਖੀ ਕਾਇਮ ਹੋਈ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਕਾਇਮ ਕੀਤਾ, ਕੀ ਕੋਈ ਐਸਾ ਸਮਾਂ ਰਿਹਾ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਹੋਈ ਔਰ ਬੜੇ ਆਰਾਮ ਨਾਲ ਰਹੇ? ਕਦੀ ਤਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਉਹਨਾਂ ਨੇ ਕਿਹਾ ਹਰਮੰਦਰ ਸਾਹਿਬ ਨੂੰ ਦੁਕਾਨੇ ਬਾਤਲ ਹੈ, ਝੂਠ ਦੀ ਦੁਕਾਨ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਜੇਲ੍ਹ ਵਿੱਚ ਭੇਜਿਆ, ਗੁਰੂ ਨਾਨਕ ਸਾਹਿਬ ਨੂੰ ਵੀ ਕੈਦ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਪਲੰਡਰ ਐਂਡ ਰੈਪਾਈਨ ਕਹਿ ਕੇ ਸਾਹਿਬਜ਼ਾਦੇ ਵੀ ਬਾਅਦ ਵਿੱਚ ਸ਼ਹੀਦ ਹੋਏ, ਸਭ ਕੁਝ ਹੋਇਆ। ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਵੀ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਕਹਿਤਾ ਕਿ ਸੱਪ ਦੇ ਬੱਚੇ ਹੈ। ਬਾਅਦ ਵਿੱਚ ਵੀ ਸਰਕੂਲਰ ਜਾਰੀ ਹੋ ਗਏ, ਜਿੱਥੇ ਨਾਨਕ ਪ੍ਰਸਤ ਨਜ਼ਰ ਆ ਜਾਏ ਉਹਨੂੰ ਕਤਲ ਕਰ ਦਿਓ। ਸੋ ਕਿਹੜਾ ਇਲਜ਼ਾਮ ਹੈ? ਕੋਈ ਸਮਾਂ ਮੈਨੂੰ ਤਾਂ ਇਤਿਹਾਸ ਦਾ ਕੋਈ ਐਸਾ ਵਰਕਾ ਨਹੀਂ ਨਜ਼ਰ ਆਉਂਦਾ। ਔਰ ਜੇ ਹੁਣ ਵੀ ਲੈ ਲਈਏ 1947 ਤੋਂ ਬਾਅਦ ਵੀ ਸਰਕੂਲਰ ਜਾਰੀ ਹੋਏ, ਸਿੱਖ ਜਰਾਇਮ ਪੇਸ਼ਾ ਕੌਮ ਹੈ, ਜਾਂ ਬਾਅਦ ਵਿੱਚ ਵੀ 1984 ਵਿੱਚ ਕਿ ਇਹ ਜਿਹੜੇ ਹੈਗੇ ਹੈ ਇਹ ਅੱਤਵਾਦੀ ਹੈ, ਫਲਾਣਾ ਹੈ, ਬਾਤਚੀਤ ਦੇ ਵਿੱਚ ਸਰਕੂਲਰ ਨਿਕਲੇ। ਸੋ ਸਮਾਂ ਤਾਂ ਇੱਦਾਂ ਰਹੇਗਾ, ਪਰ ਸਵਾਲ ਇਹ ਹੈ ਕਿ ਮੈਦਾਨ 'ਚੋਂ ਭੱਜਣਾ, ਕੀ ਉਹ ਇੱਕ ਸਿੱਖ ਆਪਣਾ ਫਰਜ਼ ਪੂਰਾ ਕਰ ਸਕੇਗਾ? ਸੋ ਇਹ ਸਵਾਲ ਦਰਸ਼ਕਾਂ ਨੂੰ ਵੀ ਹੈ। ਬਾਕੀ ਸਿੱਖ ਨੇ ਜਦੋਂ ਤੱਕ ਰਹਿਣਾ ਹੈ ਉਸ ਨੂੰ ਸੰਘਰਸ਼ ਕਰਨਾ ਹੀ ਪੈਣਾ ਹੈ। ਸੰਘਰਸ਼ ਉਸ ਦਾ ਇੱਕ ਹਿੱਸਾ ਹੈ, ਉਸ ਦੇ ਬਿਨਾਂ ਉਹ ਕਾਇਮ ਨਹੀਂ ਰਹਿ ਸਕਦਾ। ਇੱਕ ਨੋਟ, ਇੱਕ ਗੱਲ ਕਹਿਣੀ ਬੜੀ ਜ਼ਰੂਰੀ ਹੈ। ਹੈਲੋ ਸੌਰੀ, ਮੈਂ ਫੋਨ ਕੱਟ ਹੋ ਗਿਆ ਸੀ। ਹਾਂਜੀ ਹਾਂਜੀ, ਨਹੀਂ ਕੋਈ ਗੱਲ ਨਹੀਂ। ਸੋ ਇਹ ਸਿੱਖ ਨੇ ਮਤਲਬ ਕਦੀ ਵੀ ਸੰਘਰਸ਼ ਤੋਂ ਬਾਹਰ ਨਹੀਂ ਜਾ ਸਕਦਾ। ਇੱਕ ਵਾਰ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਕਿਹਾ ਸੀ, ਤੁਸੀਂ ਹਰ ਵੇਲੇ ਕਹਿੰਦੇ ਹੋ ਪੰਥ ਨੂੰ ਖਤਰਾ ਹੈ, ਕੀ ਕਦੇ ਪੰਥ ਤੋਂ ਖਤਰਾ ਖਤਮ ਹੋਏਗਾ? ਉਹਨਾਂ ਨੇ ਕਿਹਾ ਸੀ ਨਹੀਂ, ਕਦੀ ਵੀ ਨਹੀਂ। ਹਰ ਕੀਮਤੀ ਚੀਜ਼ ਨੂੰ ਖਤਰਾ ਹੈ।
ਸੁਹੱਪਣ ਨੂੰ ਖਤਰਾ ਹੈ, ਪੈਸੇ ਨੂੰ ਖਤਰਾ ਹੈ, ਇਖਲਾਕ ਨੂੰ ਖਤਰਾ ਹੈ, ਕੋਈ ਵੀ ਚੰਗੀ ਚੀਜ਼ ਹੈ ਉਹਨੂੰ ਖਤਰਾ ਹੈ। ਸੜਕ ਦੇ ਕਿਨਾਰੇ ਪਏ ਹੋਏ ਰੋੜੇ ਪੱਥਰਾਂ ਨੂੰ ਕੋਈ ਖਤਰਾ ਨਹੀਂ। ਤੋ ਜਦੋਂ ਵੀ ਕੋਈ ਮਤਲਬ ਹੋਏਗਾ ਉਹਨੂੰ ਖਤਰਾ ਹੈ। ਜਦੋਂ ਪੰਥ ਤੋਂ ਖਤਰਾ ਖਤਮ ਹੋ ਗਿਆ ਸਮਝ ਲੈਣਾ ਇਹ ਪੰਥ ਨਹੀਂ ਰਿਹਾ। ਹੈਲੋ, ਹਾਂਜੀ ਇਸਲਾਮਾਬਾਦ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਖਸ਼ੀਸ਼ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਅਖੀਰਲੀ ਮੋਹਰ ਚਾਹੀਦੀ ਸੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਸਿੱਖਾਂ ਦੇ ਪਿਛਲੇ ਗੁਰੂਆਂ ਦੇ ਟਾਈਮ ਤੋਂ ਸੰਘਰਸ਼ ਚੱਲੇ ਆ ਰਹੇ ਆ ਤੇ ਅਸੀਂ ਵੀ ਸੰਘਰਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਇੱਥੇ ਗੁਰਦੁਆਰਾ ਖੋਲਣ ਦਾ ਸੰਘਰਸ਼ ਕਰ ਰਹੇ ਹਾਂ, ਉੱਥੇ ਯਾਦਗਾਰ ਵਾਸਤੇ ਸੰਘਰਸ਼ ਕਰਨਾ ਪਿਆ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ ਵੀ ਅਸੀਂ ਸੰਘਰਸ਼ ਨਹੀਂ ਕਰ ਸਕਦੇ। ਮੈਦਾਨ ਛੱਡਣਾ ਸਾਡਾ ਕੰਮ ਨਹੀਂ ਹੈਗਾ। ਬਸ ਇਹ ਮੈਂ ਕਹਿਣਾ ਚਾਹੁੰਦਾ ਸੀ। ਬਹੁਤ ਮੈਂ ਵੀ ਇਹਦੇ 'ਚ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਜੋੜਨਾ ਚਾਹੁੰਦਾ। ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਕਿਹਾ ਸੀ, ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਕੀ ਜੋ ਬੋਲੇ ਸੋ ਹੋਵੇ ਨਿਹਾਲ। ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਇਹਦੇ ਬਾਰੇ ਆਪਣੇ ਵਿਚਾਰ lamba@getpunjabi.tv ਤੇ ਦੇਣਾ। ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।